योग साध संगत जी, वाहिगुरु जी का खालसा, वाहिगुरु जी की फतेह। कल 30 छंदां तक कथा हो गई सी। अज 31वें छंद की कथा शुरू होनी है। अतेह हैं, अभेह हैं, अजीत हैं, अभीत हैं। ਜਦੋਂ ਤੂੰ ਹੋਵੇ, ਜਦੋਂ ਆਪਾਂ ਕਿਸੇ ਨਾਲ ਸਿੱਧੀ ਗੱਲ ਕਰ ਰਹੇ ਹੋਈਏ, ਉਹ ਤਾਂ ਆਪਾਂ ਕਹਿੰਦੇ ਤੂੰ ਜਾਂਦਾ ਹੈ, ਫਿਰ ਹੈ ਕਿ ਨਹੀਂ। ਇਹ ਪਰਮਾਤਮਾ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਧੀਆਂ ਗੱਲਾਂ ਕਰ ਰਹੇ ਨੇ। ਅਤੇ ਇਹ ਹੈ, ਤੇ ਇਹ ਹੁੰਦਾ ਧਿਆਨ, ਅਤੇ ਧਿਆਨ ਰਹਿਤ ਹੈ। ਆਪਾਂ ਤਾਂ ਕਿਸੇ ਨਾ ਕਿਸੇ ਦਾ ਧਿਆਨ ਧਰਦੇ ਹਾਂ, ਕੋਈ ਗੁਰੂ ਦਾ, ਕੋਈ ਪਰਮਾਤਮਾ ਦਾ, ਕੋਈ ਕਿਸੇ ਦੇਵੀ ਦੇਵਤੇ ਦਾ। ਪਰਮਾਤਮਾ ਅਤੇ ਇਹ ਹੈ, ਉਹ ਧਿਆਨ ਤੋਂ ਰਹਿਤ ਹੈ। ਇਹਨੂੰ ਅਦੇ ਨਹੀਂ ਪੜ੍ਹਨਾ, ਇਹਨੂੰ ਲਮਕਾ ਕੇ ਪੜ੍ਹਨਾ। ਅਤੇ ਅਭੇ ਹੈ, ਭੇ ਹੁੰਦਾ ਭੇਦ, ਅਭੇ ਭੇਦ ਰਹਿਤ ਹੈ। ਭਾਵ ਤੇਰਾ ਕੋਈ ਭੇਦ ਨਹੀਂ ਜਾਣ ਸਕਦਾ, ਤੂੰ ਅਭੇ ਹੈ। ਭੇ ਹੁੰਦਾ ਭੇਦ, ਅਭੇ ਭੇਦ ਰਹਿਤ, ਜਿਹਦਾ ਆਪਾਂ ਭੇਦ ਨਹੀਂ ਜਾਣ ਸਕਦੇ। ਹੇ ਪਰਮਾਤਮਾ, ਤੂੰ ਭੇਦ ਰਹਿਤ ਹੈ। ਭਾਵ ਤੇਰਾ ਕੋਈ ਭੇਦ ਨਹੀਂ ਜਾਣ ਸਕਦਾ। ਅਤੇ ਹੈ, ਤੂੰ ਧਿਆਨ ਰਹਿਤ ਹੈ। ਅਜੀਤ ਹੈ, ਤੂੰ ਅਜਿਤ ਹੈ। ਤੈਨੂੰ ਜਿੱਤਿਆ ਨਹੀਂ ਜਾ ਸਕਦਾ, ਕੋਈ ਤੈਨੂੰ ਜਿੱਤ ਨਹੀਂ ਸਕਦਾ, ਤੂੰ ਅਜੀਤ ਹੈ। ਅਭੀਤ ਹੈ, ਭੀਤ ਡਰ ਨੂੰ ਕਹਿੰਦੇ ਨੇ। ਅਭੀਤ ਨਿਡਰ, ਤੂੰ ਨਿਡਰ ਹੈ, ਤੈਨੂੰ ਕੋਈ ਡਰਾ ਨਹੀਂ ਸਕਦਾ, ਕਿਉਂਕਿ ਤੂੰ ਅਭੀਤ ਹੈ। ਭੀਤ ਹੁੰਦਾ ਡਰ। ਆਲਾ ਕਹਿੰਦਾ ਉਹਨੂੰ ਵੇਖ ਕੇ ਜੋ ਭੈ ਭੀਤ ਹੋ ਗਿਆ। ਭੈ ਮੈਨੇ ਵੀ ਡਰ, ਤੇ ਭੀਤ ਮੈਨੇ ਵੀ ਡਰ। ਭਾਵ ਬਹੁਤ ਡਰ ਗਿਆ, ਭੈ ਭੀਤ ਹੋ ਗਿਆ, ਬਹੁਤ ਡਰ ਗਿਆ। ਪਰਮਾਤਮਾ ਅਭੀਤ ਹੈ, ਇਹ ਡਰ ਤੋਂ ਰਹਿਤ ਹੈ। हे ਪਰਮਾਤਮਾ, ਤੂੰ ਡਰ ਤੋਂ ਰਹਿਤ ਹੈ। ਅਜੀਤ, ਤੂੰ ਅਜਿਤ ਹੈ। ਅਭੇ, ਤੂੰ ਭੇਦ ਤੋਂ ਰਹਿਤ ਹੈ। ਅਤੇ ਤੂੰ ਧਿਆਨ ਤੋਂ ਰਹਿਤ ਹੈ। ਤ੍ਰਿਮਾਨ ਹੈ। ਤ੍ਰਿ ਤਿੰਨ ਨੂੰ ਕਹਿੰਦੇ ਨੇ। ਤਿੰਨ ਲੋਕ ਨੇ, ਮਾਤ ਲੋਕ, ਆਕਾਸ਼ ਲੋਕ, ਪਾਤਾਲ ਲੋਕ। ਮਾਨ, ਜਿਹਦੀ ਮਾਨਤਾ ਹੋਵੇ। ਹੇ ਪਰਮਾਤਮਾ, ਤੇਰੀ ਤਿੰਨਾਂ ਲੋਕਾਂ 'ਚ ਮਾਨਤਾ ਹੈ। ਤਿੰਨੋਂ ਲੋਕ ਤੈਨੂੰ ਮੰਨਦੇ ਨੇ। ਤ੍ਰਿਮਾਨ ਹੈ, ਤੇਰੀ ਤਿੰਨਾਂ ਲੋਕਾਂ 'ਚ ਮਾਨਤਾ ਹੈ। ਨਿਧਾਨ ਹੈ, ਤੂੰ ਰਿਧੀਆਂ ਸਿੱਧੀਆਂ ਦਾ ਖਜ਼ਾਨਾ ਹੈ। ਨਿਧਾਨ ਖਜ਼ਾਨੇ ਨੂੰ ਕਹਿੰਦੇ। ਇੱਕ ਹੁੰਦੀਆਂ ਰਿਧੀਆਂ, ਇੱਕ ਹੁੰਦੀਆਂ ਸਿੱਧੀਆਂ। ਰਿਧੀ ਦਾ ਸੰਬੰਧ ਜਿਹੜਾ ਧਨ ਦੌਲਤ ਨਾਲ ਹੈ, ਸਿੱਧੀ ਦਾ ਸੰਬੰਧ ਆਤਮਿਕ ਸ਼ਕਤੀ ਨਾਲ ਹੈ। ਸੋ ਤੂੰ ਰਿਧੀਆਂ ਸਿੱਧੀਆਂ ਦਾ ਖਜ਼ਾਨਾ ਹੈ। ਤੇਰੇ ਵਰਗ ਹੈ। ਤੇਰੇ ਤਿੰਨ ਹੋ ਗਏ। ਤਿੰਨਾਂ ਲੋਕਾਂ ਨੂੰ ਸਿਰਜਣ ਵਾਲਾ ਹੈ, ਬਣਾਉਣ ਵਾਲਾ ਹੈ। ਤੇਰੇ ਵਰਗ ਹੈ। ਤੂੰ ਤਿੰਨਾਂ ਲੋਕਾਂ ਦੀ ਸਿਰਜਣਾ ਕਰਨ ਵਾਲਾ ਹੈ। ਮਾਤ ਲੋਕ ਦੀ, ਪਤਾਲ ਲੋਕ ਦੀ, ਆਕਾਸ਼ ਲੋਕ ਦੀ। ਇਹਨਾਂ ਦੀ ਸਿਰਜਣਾ ਕਰਨ ਵਾਲਾ। ਅਸਰਗ ਹੈ, ਪਰ ਆਪ ਸਿਰਜਣਾ ਤੋਂ ਰਹਿਤ ਹੈ। ਤੇਰੀ ਸਿਰਜਣਾ ਕਰਨ ਵਾਲਾ ਕੋਈ ਨਹੀਂ। ਤੈਨੂੰ ਕਿਸੇ ਸਿਰਜਿਆ ਨਹੀਂ। ਤੂੰ ਤੇ ਅਸੰਭ ਹੈ। ਤੂੰ ਤੇ ਆਪਣੇ ਆਪ ਤੋਂ ਹੈ। ਤੂੰ ਤੇ ਆਪਣੇ ਆਪ ਤੋਂ ਹੈ। ਤੂੰ ਅਸਰਗ ਹੈ। ਤੂੰ ਸਿਰਜਣਾ ਤੋਂ ਰਹਿਤ ਹੈ। ਪਰ ਤੂੰ ਤ੍ਰਿਵਰਗ ਹੈ। ਤੂੰ ਤਿੰਨਾਂ ਲੋਕਾਂ ਦੀ ਸਿਰਜਣਾ ਕਰਨ ਵਾਲਾ ਹੈ, ਪਰ ਆਪ ਸਿਰਜਣਾ ਤੋਂ ਰਹਿਤ ਹੈ। ਤ੍ਰਿਮਾਨ ਦਾ ਮਤਲਬ ਹੈ ਤਿੰਨਾਂ ਲੋਕਾਂ ਜਿਸ ਦੀ ਮਾਨਤਾ ਹੋਵੇ। ਹੇ ਪਰਮਾਤਮਾ, ਤੇਰੀ ਤਿੰਨਾਂ ਲੋਕਾਂ 'ਚ ਮਾਨਤਾ ਹੈ।
ਨਿਧਾਨ ਹੈ। ਤੂੰ ਰਿਧੀਆਂ ਸਿਧੀਆਂ ਦਾ ਖਜ਼ਾਨਾ ਹੈ। ਤੇਰਾ ਵਰਗ ਹੈ। ਤੂੰ ਤਿੰਨਾਂ ਲੋਕਾਂ ਨੂੰ ਸਿਰਜਣ ਵਾਲਾ ਹੈ। ਅਸਰਗ ਹੈ, ਪਰ ਤੂੰ ਆਪ ਸਿਰਜਣਾ ਤੋਂ ਰਹਿਤ ਹੈ। ਭਾਵ ਤੇਰੀ ਸਿਰਜਣਾ ਕਰਨ ਵਾਲਾ ਕੋਈ ਨਹੀਂ ਹੈ, ਤੂੰ ਸਿਰਜਣਾ ਤੋਂ ਰਹਿਤ ਹੈ। ਅਨੀਲ ਹੈ, ਨੀਲ ਰੰਗ ਨੂੰ ਕਹਿੰਦੇ ਨੇ। ਅਨੀਲ ਹੈ, ਤੂੰ ਰੰਗ ਤੋਂ ਰਹਿਤ ਹੈ, ਤੇਰਾ ਕੋਈ ਰੰਗ ਰੂਪ ਨਹੀਂ ਹੈ। ਅਨਾਦ ਹੈ, ਅਨਾਦ ਹੁੰਦਾ ਅਨ ਆਦ, ਜਿਹਦਾ ਕੋਈ ਆਦ ਹੀ ਨਾ ਹੋਵੇ। ਤੂੰ ਅਨਾਦ ਹੈ, ਤੇਰਾ ਕੋਈ ਆਦ ਨਹੀਂ ਜਾਣਦਾ ਵੀ ਤੂੰ ਕਦੋਂ ਬਣਿਆ। ਇਹ ਕਿਸੇ ਨੂੰ ਨਹੀਂ ਪਤਾ, ਤੇਰੇ ਆਦ ਦਾ ਕਿਸੇ ਨੂੰ ਨਹੀਂ ਪਤਾ, ਇਸ ਲਈ ਤੂੰ ਅਨਾਦ ਹੈ। ਤੂੰ ਆਦ ਤੋਂ ਰਹਿਤ ਹੈ। ਅਜੇ ਹੈ, ਅਜੇ ਮੈਨੇ ਅਜਿਤ, ਤੂੰ ਜਿੱਤਿਆ ਨਹੀਂ ਜਾ ਸਕਦਾ, ਤੂੰ ਅਜਿਤ ਹੈ। ਜੇ ਜਿਹਨੂੰ ਜਿੱਤਿਆ ਜਾ ਸਕੇ, ਅਜੇ ਜਿਹਨੂੰ ਜਿੱਤਿਆ ਨਾ ਜਾ ਸਕੇ, ਅਜਿਤ। ਆਜ਼ਾਦ ਹੈ, ਕੋਈ ਕਿਸੇ ਦਾ ਗੁਲਾਮ ਹੁੰਦਾ, ਕੋਈ ਕਾਮ ਦਾ ਗੁਲਾਮ ਹੈ, ਕੋਈ ਕ੍ਰੋਧ ਦਾ, ਕੋਈ ਮਾਇਆ ਦਾ, ਕੋਈ ਮੋਹ ਦਾ ਹੈ। ਪਰਮਾਤਮਾ ਆਜ਼ਾਦ ਹੈ, ਇਹ ਕਿਸੇ ਦਾ ਗੁਲਾਮ ਨਹੀਂ ਹੈ, ਨਾ ਕੋਈ ਨੂੰ ਗੁਲਾਮ ਬਣਾ ਸਕਦਾ ਹੈ। ਸਾਨੂੰ ਤਾਂ ਕਦੇ ਕਿਸੇ ਨੇ ਗੁਲਾਮ ਬਣਾਇਆ, ਕਦੇ ਕਿਸੇ ਨੇ ਗੁਲਾਮ ਬਣਾਇਆ। ਪਰਮਾਤਮਾ ਆਜ਼ਾਦ ਹੈ। ਅਨੀਲ ਹੈ, ਭਾਵ ਤੂੰ ਰੂਪ ਰੰਗ ਤੋਂ ਰਹਿਤ ਹੈ। ਅਨਾਦ ਹੈ, ਤੇਰਾ ਕੋਈ ਆਦ ਨਹੀਂ ਹੈ, ਤੂੰ ਆਦ ਤੋਂ ਰਹਿਤ ਹੈ। ਅਜੇ ਹੈ, ਤੂੰ ਅਜਿਤ ਹੈ, ਤੈਨੂੰ ਕੋਈ ਜਿੱਤ ਨਹੀਂ ਸਕਦਾ। ਆਜ਼ਾਦ ਹੈ, ਤੂੰ ਆਜ਼ਾਦ ਹੈ, ਤੂੰ ਬੰਧਨਾਂ ਤੋਂ ਰਹਿਤ ਹੈ। ਅਜਨਮ ਹੈ, ਅਵਰਨ ਹੈ, ਅਭੂਤ ਹੈ, ਅਭਰਨ ਹੈ। ਅਜਨਮ ਹੈ, ਤੇਰਾ ਜਨਮ ਨਹੀਂ ਹੋਇਆ, ਤੂੰ ਜਨਮ ਤੋਂ ਰਹਿਤ ਹੈ। ਸਾਡਾ ਜਨਮ ਹੋਇਆ, ਜਿਹਦਾ ਜਨਮ ਹੁੰਦਾ ਉਹਦਾ ਮਰਨ ਵੀ ਹੁੰਦਾ, ਜਿਹਦਾ ਜਨਮ ਹੀ ਕੋਈ ਨਹੀਂ ਉਹਨੂੰ ਮਰਨਾ ਵੀ ਨਹੀਂ। ਕਿਉਂਕਿ ਸਾਨੂੰ ਕਿਸੇ ਨੇ ਜੰਮਿਆ, ਇਸ ਲਈ ਸਾਨੂੰ ਕਿਸੇ ਮਾਰਨਾ ਵੀ ਹੈ। ਪਰਮਾਤਮਾ ਨੂੰ ਕਿਸੇ ਨੇ ਜੰਮੇ ਹੀ ਨਹੀਂ, ਇਸ ਲਈ ਉਹਨੂੰ ਕੋਈ ਮਾਰ ਹੀ ਨਹੀਂ ਸਕਦਾ। ਇਸ ਕਰਕੇ ਅਜਨਮ ਹੈ। ਹੇ ਪਰਮਾਤਮਾ, ਤੂੰ ਜਨਮ ਤੋਂ ਰਹਿਤ ਹੈ। ਅਵਰਨ ਹੈ, ਵਰਨ ਹੁੰਦਾ ਜਾਤ, ਜਿਵੇਂ 4 ਵਰਨ ਨੇ ਹਿੰਦੁਸਤਾਨ 'ਚ, ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ, ਇਹ 4 ਵੱਡੀਆਂ ਜਾਤਾਂ ਗਿਣੀਆਂ ਗਈਆਂ। ਅਵਰਨ ਹੈ, ਤੂੰ ਜਾਤ ਤੋਂ ਰਹਿਤ ਹੈ, ਭਾਵ ਤੇਰੀ ਕੋਈ ਜਾਤ ਨਹੀਂ ਹੈ। ਨਾ ਤੂੰ ਬ੍ਰਾਹਮਣ ਹੈ, ਨਾ ਖੱਤਰੀ ਹੈ, ਨਾ ਵੈਸ਼ ਹੈ, ਨਾ ਸ਼ੂਦਰ ਹੈ। ਇਸ ਲਈ ਤੂੰ ਅਵਰਨ ਹੈ, ਤੂੰ ਜਾਤ ਤੋਂ ਰਹਿਤ ਹੈ। ਅਭੂਤ ਹੈ, 2-3 ਵਾਰ ਸ਼ਬਦ ਭੂਤ ਆਇਆ। ਇਹ ਭੂਤ ਪ੍ਰੇਤ ਨਹੀਂ ਸਮਝ ਲੈਣਾ। ਭੂਤ ਹੁੰਦਾ ਤੱਤ, ਜਿਵੇਂ ਆਪਾਂ 5 ਤੱਤਾਂ ਦੇ ਬਣੇ ਹੋਏ ਹਾਂ। ਪਰਮਾਤਮਾ ਅਭੂਤ ਹੈ, ਉਹ ਤੱਤਾਂ ਤੋਂ ਰਹਿਤ ਹੈ, ਉਹ ਤੱਤਾਂ ਦਾ ਨਹੀਂ ਬਣਿਆ ਹੋਇਆ। ਇਸ ਲਈ ਉਹ ਕਹਿੰਦੇ ਅਭੂਤ ਹੈ, ਤੂੰ ਤੱਤਾਂ ਤੋਂ ਰਹਿਤ ਹੈ। ਅਭਰਨ ਹੈ, ਭਰਨ ਹੁੰਦਾ ਪਾਲਣ ਪੋਸ਼ਣ। ਅਭਰਨ ਹੈ, ਤੂੰ ਪਾਲਣ ਪੋਸ਼ਣ ਤੋਂ ਰਹਿਤ ਹੈ, ਭਾਵ ਤੇਰੀ ਪਾਲਣਾ ਪੋਸ਼ਣਾ ਕਰਨ ਵਾਲਾ ਕੋਈ ਨਹੀਂ ਹੈ। ਸਾਡੀ ਤੇ ਪਾਲਣਾ ਪੋਸ਼ਣਾ ਮਾਂ ਪਿਓ ਕਰਦੇ ਨੇ, ਪਰਮਾਤਮਾ ਕਰਦਾ ਹੈ, ਪਰ ਪਰਮਾਤਮਾ ਦੀ ਪਾਲਣਾ ਪੋਸ਼ਣਾ ਕਰਨ ਵਾਲਾ ਕੋਈ ਨਹੀਂ ਹੈ। ਇਸ ਲਈ ਉਹ ਅਭਰਨ ਹੈ। ਭਰਨ ਦਾ ਪਾਲਣਾ ਪੋਸ਼ਣਾ ਕਰਨ, ਅਭਰਨ ਜਿਹਦੀ ਕੋਈ ਪਾਲਣਾ ਪੋਸ਼ਣਾ ਕਰਨ ਵਾਲਾ ਨਾ ਹੋਵੇ। ਸੋ ਇਹਦੇ 'ਚ ਹੈ ਅਜਨਮ ਹੈ, ਪਰ ਤੂੰ ਜਨਮ ਤੋਂ ਰਹਿਤ ਹੈ। ਅਵਰਨ ਹੈ, ਤੂੰ ਜਾਤ ਤੋਂ ਰਹਿਤ ਹੈ। ਅਭੂਤ ਹੈ, ਤੂੰ ਤੱਤਾਂ ਤੋਂ ਰਹਿਤ ਹੈ। ਅਭਰਨ ਹੈ, ਤੂੰ ਪਾਲਣ ਪੋਸ਼ਣ ਤੋਂ ਰਹਿਤ ਹੈ। ਅੱਗੇ ਕਹਿੰਦੇ ਅਗੰਜ ਹੈ, ਅਭੰਜ ਹੈ,
ਅਜੂਜ ਹੈ ਅਝੰਜ ਹੈ। ਇਹ 'ਚ ਸ਼ਬਦ ਹੈ ਆੜਾ ਝੱਜੇ ਨੂੰ ਦਲੈਂਕੜ ਝੱਜਾ। ਜਿਹੜਾ ਪਹਿਲਾ ਝੱਜਾ ਇਹਨੂੰ ਜੱਜੇ ਦੀ ਤਰ੍ਹਾਂ ਬੋਲਣਾ, ਅਜੂਜ ਹੈ। ਜਿਵੇਂ ਆੜਾ ਜੱਜੇ ਨੂੰ ਦਲੈਂਕੜ ਝੱਜਾ, ਇਸ ਤਰ੍ਹਾਂ ਬੋਲਣਾ ਅਜੂਜ। ਜੂਝਣਾ ਹੁੰਦਾ ਲੜਨਾ। ਉਹ ਜੀ ਲੜਾਈ 'ਚ ਬੜੀ ਬਹਾਦਰੀ ਨਾਲ ਜੂਝਿਆ ਹੈ, ਲੜਾਈ ਲੜਿਆ ਹੈ। ਅਜੂਜ ਹੈ। ਇਹ ਝੂਝ ਨਹੀਂ ਪੜ੍ਹਨਾ, ਇਹਨੂੰ ਅਝੂਝ ਨਹੀਂ ਪੜ੍ਹਨਾ, ਅਜੂਜ ਹੈ। ਅਝੰਜ ਹੈ। ਜਿਹੜਾ ਦੂਜਾ ਅਝੰਜ, ਇਹ ਜਿਹੜਾ ਪਿਛਲਾ ਝੱਜਾ ਇਹਨੂੰ ਜੱਜੇ ਦੀ ਤਰ੍ਹਾਂ ਪੜ੍ਹਨਾ, ਅਝੰਜ ਹੈ। ਅਜੂਜ ਦੇ ਵਿੱਚ ਪਹਿਲਾ ਝੱਜਾ ਇਹਨੂੰ ਜੱਜੇ ਦੀ ਤਰ੍ਹਾਂ ਪੜ੍ਹਨਾ, ਅਜੂਜ ਹੈ। ਜਿਹੜਾ ਅਝੰਜ ਹੈ ਇਸ ਦੇ ਪਿਛਲਾ ਝੱਜਾ ਜਿਹੜਾ ਇਹ ਜੱਜੇ ਦੀ ਤਰ੍ਹਾਂ ਬੋਲਣਾ, ਅਝੰਜ ਹੈ। ਝੰਜ ਝੰਜਟ, ਲੜਾਈ ਝਗੜੇ। ਅਗੰਜ ਹੈ। ਗੰਜ ਅਸਲ ਹੁੰਦਾ ਵੱਢਣਾ। ਗੰਜ ਦਾ ਸ਼ਬਦੀ ਅਸਲ ਵੱਢਣਾ। ਜਿਵੇਂ ਸੀਸ ਗੰਜ, ਦਿੱਲੀ 'ਚ ਸੀਸ ਗੰਜ ਗੁਰਦੁਆਰਾ ਕਿ ਨਹੀਂ, ਉੱਥੇ ਗੁਰੂ ਮਹਾਰਾਜ ਨਵੇਂ ਪਾਤਸ਼ਾਹ ਦਾ ਸਰੀਰ ਜਿਹੜਾ ਸੀਸ ਹੈ ਵੱਢਿਆ ਗਿਆ, ਇਸ ਲਈ ਉਸ ਥਾਂ ਦਾ ਨਾਂ ਪੈ ਗਿਆ ਸੀਸ ਗੰਜ। ਅਤੇ ਪਰਮਾਤਮਾ ਹੈਗਾ ਅਗੰਜ। ਹੇ ਪਰਮਾਤਮਾ, ਤੈਨੂੰ ਕੋਈ ਵੱਢ ਹੀ ਨਹੀਂ ਸਕਦਾ, ਤੂੰ ਵੱਢਣ ਤੋਂ ਰਹਿਤ ਹੈ, ਤੈਨੂੰ ਕੋਈ ਵੱਢ ਨਹੀਂ ਸਕਦਾ। ਅਭੰਜ ਹੈ। ਭੰਜ ਹੁੰਦਾ ਟੁੱਟਣਾ, ਅਭੰਜ ਹੈ। ਤੂੰ ਅਟੁੱਟ ਹੈ, ਤੇਰੇ ਕੋਈ ਟੋਟੇ ਨਹੀਂ ਕਰ ਸਕਦਾ, ਤੇਰੇ ਕੋਈ ਟੋਟੇ ਨਹੀਂ ਕਰਦਾ, ਤੂੰ ਅਟੁੱਟ ਹੈ, ਅਭੰਜ ਹੈ। ਅਜੂਜ ਹੈ। ਤੂੰ ਜੂਝਣ ਤੋਂ ਰਹਿਤ ਹੈ। ਤੂੰ ਕਿਸੇ ਨਾਲ ਲੜਾਈ ਨਹੀਂ ਕਰਦਾ, ਤੈਨੂੰ ਕਿਸੇ ਨਾਲ ਲੜਨ ਦੀ ਲੋੜ ਨਹੀਂ ਹੈਗੀ। ਤੇ ਲੜਦਾ ਬੰਦਾ ਉਹਦਾ ਜਦੋਂ ਉਸ 'ਤੇ ਕੋਈ ਹਮਲਾ ਕਰਦੇ। ਹੁਣ ਪਰਮਾਤਮਾ ਦੇ ਕਿੰਨੇ ਹਮਲਾ ਕਰਨਾ, ਉਹ ਕਿਹੜਾ ਕੋਈ ਬੰਦਾ ਹੈ, ਉਹ ਕਿਹੜਾ ਕੋਈ ਸਰੀਰ ਹੈ, ਉਹ ਤਾਂ ਇੱਕ ਸ਼ਕਤੀ ਹੈ। ਉਹਨੇ ਉਹ ਇੰਨਾ ਸ਼ਕਤੀਵਾਨ ਹੈ ਕਿ ਉਹਨੇ ਸਾਰਿਆਂ ਨੂੰ ਬਣਾਇਆ ਹੋਇਆ ਹੈ। ਇਸ ਲਈ ਅਜੂਜ ਹੈ। ਹੇ ਪਰਮਾਤਮਾ, ਤੂੰ ਜੂਝਣ ਤੋਂ ਰਹਿਤ ਹੈ। ਅਝੰਜ ਹੈ। ਤੂੰ ਝਗੜਿਆਂ ਤੋਂ ਰਹਿਤ ਹੈ। ਝੰਜ ਝਗੜੇ ਨੂੰ ਕਹਿੰਦੇ ਨੇ। ਤੂੰ ਝਗੜਿਆਂ ਤੋਂ ਰਹਿਤ ਹੈ। ਭਾਵ ਤੂੰ ਕਿਸੇ ਝਗੜੇ 'ਚ ਨਹੀਂ ਆਉਂਦਾ, ਤੇਰੇ ਨਾਲ ਕੋਈ ਝਗੜਦਾ ਨਹੀਂ, ਤੂੰ ਅਝੰਜ ਹੈ। ਤੇਰੇ ਨਾਲ ਕੋਈ ਲੜਦਾ ਨਹੀਂ, ਤੂੰ ਅਜੂਜ ਹੈ। ਭਾਵ ਤੈਨੂੰ ਕਿਸੇ ਨਾਲ ਲੜਨ ਦੀ ਲੋੜ ਨਹੀਂ, ਤੈਨੂੰ ਕਿਸੇ ਨਾਲ ਝਗੜਨ ਦੀ ਲੋੜ ਨਹੀਂ। ਤੂੰ ਜੂਝਣ ਤੋਂ ਰਹਿਤ ਹੈ, ਤੂੰ ਝਗੜਿਆਂ ਤੋਂ ਰਹਿਤ ਹੈ। ਅਭੰਜ ਹੈ। ਤੂੰ ਟੁੱਟਣ ਤੋਂ ਰਹਿਤ ਹੈ। ਅਗੰਜ ਹੈ। ਤੂੰ ਵੱਢਣ ਤੋਂ ਰਹਿਤ ਹੈ। ਤੈਨੂੰ ਕੋਈ ਵੱਢ ਨਹੀਂ ਸਕਦਾ, ਤੂੰ ਅਗੰਜ ਹੈ। ਗੰਜ ਹੁੰਦਾ ਵੱਢਣਾ, ਅਗੰਜ ਜਿਹੜਾ ਵੱਢਿਆ ਨਾ ਜਾ ਸਕੇ, ਤੂੰ ਅਗੰਜ ਹੈ। ਭੰਜ ਹੁੰਦਾ ਟੁੱਟਣਾ, ਅਭੰਜ ਤੂੰ ਅਟੁੱਟ ਹੈ, ਤੂੰ ਅਟੁੱਟ ਹੈ। ਅਜੂਜ ਹੈ। ਤੂੰ ਜੂਝਣ ਤੋਂ ਰਹਿਤ ਹੈ, ਤੈਨੂੰ ਕਿਸੇ ਨਾਲ ਜੂਝਣ ਲੜਨ ਦੀ ਲੋੜ ਨਹੀਂ ਹੈ, ਤੂੰ ਅਜੂਜ ਹੈ। ਅਝੰਜ ਹੈ। ਤੂੰ ਝੰਜਟਾਂ ਤੋਂ ਰਹਿਤ ਹੈ, ਭਾਵ ਤੂੰ ਝਗੜਿਆਂ ਤੋਂ ਰਹਿਤ ਹੈ। ਅਮੀਕ ਹੈ। ਰਫੀਕ ਹੈ। ਅਤੰਦ ਹੈ। ਅਬੰਧ ਹੈ। ਇਹ 'ਚ ਸ਼ਬਦ ਹੈ ਅਤੰਦ। ਇਹ ਜਿਹੜਾ ਪਿਛਲਾ ਧੱਦਾ ਹੈ ਇਹਨੂੰ ਦੱਦਾ ਬੋਲਣਾ। ਆਪਾਂ ਕਹਿੰਦੇ ਤੂੰ ਕੀ ਕੰਮ ਕਰਦਾ, ਕੀ ਧੰਦਾ ਕਰਦਾ। ਧੰਦਾ ਕਿਹਨੂੰ ਕਹਿੰਦੇ, ਕੰਮ ਨੂੰ। ਨਾਲ ਤੂੰ ਕੀ ਧੰਦਾ ਕਰਦਾ, ਸੋ ਦੱਦੇ ਨਾਲ ਬੋਲਿਆ ਜਾਂਦਾ ਹੈ। ਲਿਖਿਆ ਅਤੰਦ ਹੈ। ਧੰਦਾ ਪਹਿਲਾ ਪੰਜਾਬੀ ਸੀ ਲਿਖਿਆ ਤੂੰ ਕੀ ਧੰਦਾ ਕਰਦਾ ਹੈ, ਧੱਦੇ ਦੀ ਟਿੱਪੀ ਧੱਦੇ ਨੂੰ ਕਰਨਾ। ਅੱਜ ਕੱਲ੍ਹ ਸੌਖਾ ਕਰ ਧੱਦੇ ਟਿੱਪੀ ਦੱਦੇ ਨੂੰ ਕਰਨਾ ਧੰਦਾ। ਸੋ ਅਤੰਦ ਹੁੰਦਾ ਜਿਹੜਾ ਧੰਦਿਆਂ ਤੋਂ ਰਹਿਤ ਹੈ। ਅਬੰਧ ਹੁੰਦਾ ਜਿਹੜਾ ਬੰਧਨਾਂ ਤੋਂ ਰਹਿਤ ਹੈ। ਅਮੀਕ ਗਹਿਰ ਗੰਭੀਰ ਨੂੰ ਕਹਿੰਦੇ ਨੇ। ਅਮੀਕ ਹੈ। ਹੇ ਪਰਮਾਤਮਾ,
ਤੂੰ ਬਹੁਤ ਗੈਰ ਗੰਭੀਰ ਹੈ। ਤੂੰ ਸਾਡੇ ਵਾਂਗੂ ਚੁਲਬਲਾ ਨਹੀਂ ਹੈ। ਅਸ ਤਾਂ ਕਦੇ ਕੁਛ ਕਦੇ ਕੁਛ। ਕਈ ਬੰਦੇ ਬੜੇ ਗਹਿਰ ਗੰਭੀਰ ਹੁੰਦੇ ਨੇ, ਐਵੇਂ ਫਜ਼ੂਲ ਦਾ ਨਹੀਂ ਬੋਲਦੇ, ਅਬਾ ਤਬਾ ਨਹੀਂ ਬੋਲਦੇ, ਬੜੇ ਸੋਚ ਵਿਚਾਰ ਵਾਲੇ ਲੋਕ ਹੁੰਦੇ ਨੇ। ਇਸ ਲਈ ਹੇ ਪਰਮਾਤਮਾ, ਤੂੰ ਗਹਿਰ ਗੰਭੀਰ ਹੈ, ਤੂੰ ਅਮੀਕ ਹੈ। ਅਮੀਕ ਹੁੰਦਾ ਜਿਹੜਾ ਬਹੁਤ ਗਹਿਰ ਗੰਭੀਰ ਹੋਵੇ। ਰਫੀਕ ਹੁੰਦਾ ਪਿਆਰਾ। ਫਾਰਸੀ 'ਚ ਪਿਆਰੇ ਨੂੰ ਕਹਿੰਦੇ ਰਫੀਕ। ਤੂੰ ਪਿਆਰਾ ਹੈ, ਤੂੰ ਸਭ ਦਾ ਪਿਆਰਾ ਹੈ। ਅਮੀਕ ਹੈ, ਤੂੰ ਗਹਿਰ ਗੰਭੀਰ ਹੈ। ਰਫੀਕ ਹੈ, ਤੂੰ ਪਿਆਰਾ ਹੈ। ਅਤੰਧ ਹੈ, ਤੂੰ ਧੰਦਿਆਂ ਤੋਂ ਰਹਿਤ ਹੈ। ਅਬੰਧ ਹੈ, ਤੂੰ ਬੰਧਨਾਂ ਤੋਂ ਰਹਿਤ ਹੈ। ਬੰਧ ਮੈਨੇ ਬੰਧਨ, ਅਬੰਧ ਜੋ ਬੰਧਨਾਂ ਤੋਂ ਰਹਿਤ ਹੋਵੇ। ਫਿਰ ਸੁਣ ਲਓ, ਅਮੀਕ ਹੈ, ਹੇ ਪਰਮਾਤਮਾ ਤੂੰ ਬਹੁਤ ਗਹਿਰ ਗੰਭੀਰ ਹੈ। ਰਫੀਕ ਹੈ, ਤੂੰ ਸਭ ਦਾ ਪਿਆਰਾ ਹੈ। ਅਤੰਧ ਹੈ, ਤੂੰ ਧੰਦਿਆਂ ਤੋਂ ਰਹਿਤ ਹੈ। ਅਬੰਧ ਹੈ, ਤੂੰ ਬੰਧਨਾਂ ਤੋਂ ਰਹਿਤ ਹੈ। ਸਾਨੂੰ ਤੇ ਬੰਧਨ ਪਏ ਹੋਏ ਹਨ, ਪਰਮਾਤਮਾ ਅਬੰਧ ਹੈ। ਅੱਗੇ ਕਹਿੰਦੇ ਨਿਰਬੂਝ ਹੈ, ਅਸੂਝ ਹੈ, ਅਕਾਲ ਹੈ, ਅਜਾਲ ਹੈ। ਨਿਰਬੂਝ ਹੈ, ਇਹ ਨਹੀਂ ਕਿ ਤੈਨੂੰ ਸੋਝੀ ਨਹੀਂ। ਨਿਰਬੂਝ ਹੈ, ਤੈਨੂੰ ਕੋਈ ਬੁੱਝ ਨਹੀਂ ਸਕਦਾ। ਤੂੰ ਬੁੱਝਣ ਤੋਂ ਰਹਿਤ ਹੈ। ਪਰਮਾਤਮਾ ਨੂੰ ਕੋਈ ਬੁੱਝ ਨਹੀਂ ਸਕਦਾ, ਇਸ ਲਈ ਉਹ ਕਹਿੰਦੇ ਨਿਰਬੂਝ। ਅਸੂਝ ਹੈ, ਜਿਹੜਾ ਸਾਡੀ ਸਮਝ ਤੋਂ ਪਰੇ ਹੈ, ਅਸੀਂ ਉਹਨੂੰ ਸਮਝ ਨਹੀਂ ਸਕਦੇ। ਉਹ ਸਾਡੀ ਸਮਝ ਤੋਂ ਪਰੇ ਹੈ, ਇਸ ਲਈ ਉਹ ਅਸੂਝ ਹੈ। ਉਹ ਸਾਡੇ ਬੁੱਝਣ ਤੋਂ ਪਰਾਂ ਹੈ, ਅਸੀਂ ਉਹਨੂੰ ਬੁੱਝ ਨਹੀਂ ਸਕਦੇ, ਇਸ ਲਈ ਉਹ ਨਿਰਬੂਝ ਹੈ। ਜਿਹਨੂੰ ਬੁੱਝਿਆ ਨਾ ਜਾ ਸਕੇ ਉਹ ਨਿਰਬੂਝ ਨੂੰ ਕਹਿੰਦੇ। ਅਸੂਝ ਹੁੰਦਾ ਜਿਹੜਾ ਕਿਸੇ ਦੀ ਸਮਝ ਵਿੱਚ ਨਾ ਆਵੇ। ਪਰਮਾਤਮਾ ਸਾਡੀ ਸਮਝ ਤੋਂ ਉੱਪਰ ਹੈ, ਅਸੂਝ ਹੈ। ਹੇ ਪਰਮਾਤਮਾ ਤੂੰ ਨਿਰਬੂਝ ਹੈ, ਅਸੂਝ ਹੈ। ਤੂੰ ਅਸੂਝ ਹੈ, ਨਿਰਬੂਝ ਹੈ, ਤੈਨੂੰ ਕੋਈ ਬੁੱਝ ਨਹੀਂ ਸਕਦਾ। ਅਸੂਝ ਹੈ, ਤੇਰੇ ਬਾਰੇ ਕਿਸੇ ਨੂੰ ਸੋਝੀ ਨਹੀਂ ਹੈ। ਅਕਾਲ ਹੈ, ਤੂੰ ਮੌਤ ਤੋਂ ਰਹਿਤ ਹੈ। ਕਾਲ ਮੌਤ ਨੂੰ ਕਹਿੰਦੇ ਅਕਾਲ। ਇਹ ਕਹਿੰਦਾ ਅਕਾਲ ਪੁਰਖ, ਜਿਸ 'ਤੇ ਮੌਤ ਨਾ ਆਵੇ, ਜਿਸ 'ਤੇ ਸਮੇਂ ਦਾ ਕੋਈ ਅਸਰ ਨਾ ਹੋਵੇ। ਕਾਲ ਸਮੇਂ ਨੂੰ ਵੀ ਕਹਿੰਦੇ ਨੇ। ਅਕਾਲ ਜਿਹੜਾ ਸਮੇਂ ਤੋਂ ਰਹਿਤ ਹੈ, ਜਿਹੜਾ ਮੌਤ ਤੋਂ ਰਹਿਤ ਹੈ। ਅਜਾਲ ਹੈ, ਜਾਲ ਬੰਧਨਾਂ ਨੂੰ ਕਹਿੰਦੇ ਨੇ। ਤੂੰ ਬੰਧਨਾਂ ਤੋਂ ਰਹਿਤ ਹੈ। ਜਾਲ ਜਾਲਾ ਨਾ, ਜਾਲ ਵਿਛਾਇਆ ਜੀ, ਇਹਨੇ ਮੱਛੀਆਂ ਫੜਨ ਲਈ ਜਾਲ ਵਿਛਾਇਆ, ਜਾਨਵਰ ਫੜਨ ਲਈ ਜਾਲ ਵਿਛਾਇਆ। ਬੰਧਨ ਹੈ ਨਾ, ਵੀ ਆ ਜਾਣਗੇ ਫਿਰ ਆਪਾਂ ਇਹਨੂੰ ਫੜ ਲਾਂਗੇ। ਅਜਾਲ ਹੈ, ਹੇ ਪਰਮਾਤਮਾ ਤੂੰ ਬੰਧਨਾਂ ਤੋਂ ਰਹਿਤ ਹੈ। ਫਿਰ ਸੁਣ ਲਓ, ਨਿਰਬੂਝ ਹੈ, ਤੂੰ ਬੁੱਝਿਆ ਨਹੀਂ ਜਾ ਸਕਦਾ। ਅਸੂਝ ਹੈ, ਤੂੰ ਸਾਡੀ ਸੋਝੀ ਤੋਂ ਉੱਪਰ ਹੈ। ਅਕਾਲ ਹੈ, ਤੂੰ ਮੌਤ ਤੋਂ ਰਹਿਤ ਹੈ। ਅਜਾਲ ਹੈ, ਤੂੰ ਬੰਧਨਾਂ ਤੋਂ ਰਹਿਤ ਹੈ। ਅੱਲਾਹ ਹੈ, ਮੁਸਲਮਾਨ ਪਰਮਾਤਮਾ ਨੂੰ ਕੀ ਕਹਿੰਦੇ ਨੇ? ਅੱਲਾਹ। ਅੱਲਾਹ ਅਲੱਭ, ਜਿਹੜਾ ਨਾ ਲੱਭਿਆ ਜਾ ਸਕੇ। ਇੱਕ ਤਾਂ ਦੁਰਲੱਭ, ਉਹ ਤਾਂ ਉਹਨੂੰ ਲੱਭਿਆ ਤਾਂ ਜਾ, ਪਰ ਔਖਾ ਲੱਭਣਾ। ਦੁਰਲੱਭ ਜਿਹਨੂੰ ਮਸਾਂ ਲੱਭਿਆ ਜਾ ਸਕੇ ਨਹੀਂ। ਪਰਮਾਤਮਾ ਤਾਂ ਹੈ ਅਲੱਭ। ਅਲਾਹ, ਉਹ ਤਾਂ ਅਲਾਹ ਹੈ, ਉਹ ਤਾਂ ਅਲੱਭ ਹੈ। ਅਲਾਹ ਹੈ, ਤੂੰ ਅਲੱਭ ਹੈ। ਅਜਾ ਹੈ, ਜਾ ਹੁੰਦੀ ਜਗ੍ਹਾ, ਥਾਂ। ਅਜਾ ਹੈ, ਤੇਰੀ ਕੋਈ ਥਾਂ ਨਹੀਂ ਹੈ, ਤੇਰੀ ਕੋਈ ਥਾਂ ਨਹੀਂ। ਅਜਾ ਹੈ। ਜਿਵੇਂ ਇੱਕ ਵਾਰੀ ਨਾਰਦ ਜੀ
ਵਿਸ਼ਨੂੰ ਮਹਾਰਾਜ ਇਹਨੂੰ ਮਿਲਣ ਚਲੇ ਗਏ। ਉਹਨਾਂ ਦੇ ਘਰ ਗਏ। ਉਹਨਾਂ ਦੀ ਸਪਤਨੀ ਕਹਿੰਦੇ ਵੀ ਸਵਾਮੀ ਦਾ ਭਾਰ ਨੇ। ਨਾਰਦ ਜੀ ਕਹਿੰਦੇ ਕਿੱਥੇ ਗਏ ਨੇ? ਕਹਿੰਦੇ ਇਹ ਤਾਂ ਮੈਨੂੰ ਪਤਾ ਨਹੀਂ, ਤੁਹਾਡੀ ਦੇਵ ਦ੍ਰਿਸ਼ਟੀ ਖੁੱਲ੍ਹੀ ਹੈ, ਵੇਖ ਲਓ ਕਿੱਥੇ, ਮੈਨੂੰ ਤਾਂ ਪਤਾ, ਦੱਸ ਕੇ ਨਹੀਂ ਗਏ। ਨਾਰਦ ਜੀ ਨੇ ਜੰਗਲਾਂ 'ਚ ਵੇਖਿਆ, ਉੱਥੇ ਵਿਸ਼ਨੂੰ ਮਹਾਰਾਜ ਨਹੀਂ। ਪਹਾੜਾਂ ਦੀਆਂ ਗੁਫਾਵਾਂ 'ਚ ਵੇਖਿਆ, ਉੱਥੇ ਵੀ ਨਹੀਂ। ਕਈ ਥਾਵਾਂ 'ਤੇ ਵੇਖਿਆ, ਕਿਤੇ ਉਹ ਨਹੀਂ ਦਿਸਦੇ। ਫਿਰ ਸਤ ਸੰਗਤ 'ਚ ਦੇਖਿਆ ਵੀ ਉਹ ਵਿਸ਼ਨੂੰ ਮਹਾਰਾਜ ਸਤ ਸੰਗਤ 'ਚ ਬੈਠੇ ਹੋਏ ਹਨ। ਉੱਥੇ ਜਾ ਕੇ ਨਾਰਦ ਜੀ ਮਿਲੇ। ਕਹੇ ਜੀ ਮੈਂ ਤੁਹਾਡੇ ਘਰ ਗਿਆ, ਤੁਸੀਂ ਉੱਥੇ ਹੈ ਹੀ ਨਹੀਂ ਸੀ। ਮੈਂ ਜੰਗਲਾਂ 'ਚ ਨਿਗਾਹ ਮਾਰੀ, ਉੱਥੇ ਵੀ ਨਹੀਂ ਸੀ। ਮੈਂ ਪਹਾੜਾਂ 'ਚ ਨਿਗਾਹ, ਉੱਥੇ ਵੀ ਨਹੀਂ ਸੀ। ਤੁਸੀਂ ਉੱਥੇ ਸਤਸੰਗ 'ਚ ਬੈਠੇ ਹੋ। ਅਤੇ ਵਿਸ਼ਨੂੰ ਮਹਾਰਾਜ ਤੈਨੂੰ ਕਿਹਨੇ ਕਿਹਾ ਮੈਂ ਘਰ ਹੁੰਦਾ? ਕਹਿੰਦਾ ਮੇਰਾ ਨਿਵਾਸ ਤਾਂ ਸਤ ਸੰਗਤ ਹੈ, ਜਿੱਥੇ ਸਤ ਸੰਗਤ ਹੈ ਮੈਂ ਤਾਂ ਉੱਥੇ ਹੁੰਦਾ। ਜੇ ਮੈਨੂੰ ਲੱਭਣਾ ਹੋਵੇ ਫਿਰ ਸਤਸੰਗ 'ਚ ਲੱਭਿਆ ਕਰੋ। ਤਾਂ ਹੀ ਗੁਰਬਾਣੀ ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ। ਪਰਮਾਤਮਾ ਕਿੱਥੇ ਵਸਦਾ? ਸਤ ਸੰਗਤ ਵਿੱਚ ਵਸਦਾ ਹੈ। ਇਸੇ ਲਈ ਸਤ ਸੰਗਤ ਦੀ ਮਹਾਨਤਾ ਹੈ। ਦੋ ਹੀ ਸੰਗਤਾਂ ਨੇ, ਜਾਂ ਸਤ ਸੰਗਤ ਹੈ ਜਾਂ ਕੁਸੰਗਤ ਹੈ। ਤੀਜੀ ਤਾਂ ਹੈ ਨਹੀਂ ਗੁਰਬਾਣੀ 'ਚ, ਦੋ ਹੀ ਨੇ। ਜਾਂ ਚੰਗੀ ਸੰਗਤ ਹੈ ਜਾਂ ਮੰਦੀ ਸੰਗਤ ਹੈ। ਜੇ ਤਾਂ ਸਾਡੀ ਹੋਵੇ ਚੰਗੀ ਕਿਸਮਤ, ਫਿਰ ਤਾਂ ਸਾਨੂੰ ਸਤ ਸੰਗਤ ਪ੍ਰਾਪਤ ਹੋ ਜਾਂਦੀ ਹੈ। ਅਤੇ ਜੇ ਹੋਵੇ ਬਦਕਿਸਮਤੀ, ਫਿਰ ਕੁਸੰਗੀ ਲੋਕਾਂ ਨਾਲ ਸਾਡੀ ਦੋਸਤੀ ਰਿਸ਼ਤੇਦਾਰੀ ਹੋ ਜਾਂਦੀ ਹੈ। ਇਸ ਲਈ ਪਰਮਾਤਮਾ ਤਾਂ ਅਜਾ ਹੈ, ਉਹਦੀ ਕੋਈ ਵਿਸ਼ੇਸ਼ ਥਾਂ ਨਹੀਂ ਹੈ। ਉਹ ਜਗ੍ਹਾ ਤੋਂ ਰਹਿਤ ਹੈ, ਅਨੰਤ ਹੈ, ਅਨੰਤ, ਜਿਹਦਾ ਅੰਤ ਹੀ ਨਹੀਂ, ਜਿਹਨੂੰ ਕਹਿੰਦੇ ਬੇਅੰਤ। ਅਨੰਤ ਹੈ, ਹੇ ਪਰਮਾਤਮਾ ਤੂੰ ਬੇਅੰਤ ਹੈ। ਮਹੰਤ ਹੈ, ਮਹੰਤ ਵੱਡੇ ਨੂੰ ਕਹਿੰਦੇ ਨੇ ਅਤੇ ਪੂਜਨੀਕ ਨੂੰ ਕਹਿੰਦੇ ਨੇ। ਜਿਹੜਾ ਸਭ ਤੋਂ ਵੱਡਾ ਹੋਵੇ ਅਤੇ ਪੂਜਨੀਕ ਹੋਵੇ, ਜਿਹਦੀ ਲੋਕ ਪੂਜਾ ਸਤਿਕਾਰ ਕਰਦੇ ਹੋਣ, ਉਹਨੂੰ ਕਹਿੰਦੇ ਮਹੰਤ। ਇਹ ਜੀ ਡੇਰੇ ਦਾ ਮਹੰਤ ਹੈ। ਜਿਹੜੇ ਵੱਡੇ ਮਹਾਂਪੁਰਖਾਂ ਦੇ ਡੇਰੇ 'ਚ ਉਹਨੂੰ ਮਹੰਤ ਕਹਿੰਦੇ ਪੁਰਾਣੇ ਜ਼ਮਾਨੇ 'ਚ। ਗੁਰਦੁਆਰੇ ਵੀ ਪਹਿਲਾਂ ਮਹੰਤਾਂ ਦੇ ਅਧੀਨ ਸਨ, ਫਿਰ ਸ਼੍ਰੋਮਣੀ ਕਮੇਟੀ ਬਣੀ, ਫਿਰ ਜਿਹੜਾ ਹੈ ਇਹ ਆਮ ਲੋਕਾਂ ਦੇ ਅਧਿਕਾਰ 'ਚ ਆਏ। ਮਹੰਤ ਦਾ ਸ਼ਬਦੀ ਅਰਥ ਹੈ ਵੱਡਾ ਅਤੇ ਪੂਜਨਯੋਗ। ਹੇ ਪਰਮਾਤਮਾ ਤੂੰ ਮਹੰਤ ਹੈ, ਤੂੰ ਸਭ ਤੋਂ ਵੱਡਾ ਹੈ, ਤੂੰ ਪੂਜਨਯੋਗ ਹੈ। ਇਹ 'ਚ ਚਾਰ ਸ਼ਬਦ ਨੇ, ਅੱਲਾਹ, ਅਜਾ, ਅਨੰਤ, ਮਹੰਤ। ਅੱਲਾਹ ਅਲੱਭ, ਜਿਹੜਾ ਲੱਭੇ ਨਾ, ਜਿਹਨੂੰ ਲੱਭਿਆ ਨਾ ਜਾ ਸਕੇ। ਅਜਾ, ਜਿਹਦੀ ਕੋਈ ਵਿਸ਼ੇਸ਼ ਥਾਂ ਨਹੀਂ ਹੈ, ਜੋ ਥਾਂ ਤੋਂ ਰਹਿਤ ਹੈ। ਅਨੰਤ, ਜੋ ਬੇਅੰਤ ਹੈ। ਮਹੰਤ, ਜੋ ਸਭ ਤੋਂ ਵੱਡਾ ਅਤੇ ਪੂਜਨੀਕ ਹੈ। ਹੇ ਪਰਮਾਤਮਾ ਤੂੰ ਅਲਾਹ ਹੈ, ਅਲੱਭ ਹੈ। ਅਜਾ ਹੈ, ਤੂੰ ਥਾਂ ਤੋਂ ਰਹਿਤ ਹੈ। ਅਨੰਤ ਹੈ, ਤੂੰ ਬੇਅੰਤ ਹੈ। ਮਹੰਤ ਹੈ, ਤੂੰ ਸਭ ਤੋਂ ਵੱਡਾ ਅਤੇ ਪੂਜਨੀਕ ਹੈ। ਅੱਗੇ ਕਹਿੰਦੇ ਅਲੀਕ ਹੈ, ਨਿਰਸ਼ਰੀਕ ਹੈ, ਨਿਰਲੰਭ ਹੈ, ਅਸੰਭ ਹੈ। ਲੀਕ ਲਾਈਨ ਨੂੰ ਕਹਿੰਦੇ ਨੇ, ਅਤੇ ਇੱਥੇ ਲੀਕ ਫੇਰ ਦੇਵੇ। ਪਰਮਾਤਮਾ ਅਲੀਕ ਹੈ, ਉਹਦਾ ਕੋਈ ਚੱਕਰ ਚਿਹਨ ਨਹੀਂ ਹੈ, ਉਹਦਾ ਕੋਈ ਚੱਕਰ ਚਿਹਨ ਨਹੀਂ ਹੈ। ਉਹ ਰੇਖਾ ਤੋਂ, ਲੀਕ ਤੋਂ ਬਿਨਾਂ ਹੈ, ਉਹ ਅਲੀਕ ਹੈ। ਹੇ ਪਰਮਾਤਮਾ ਤੂੰ ਅਲੀਕ ਹੈ, ਭਾਵ ਤੇਰਾ ਕੋਈ ਰੂਪ ਰੇਖ ਨਹੀਂ ਹੈ, ਤੇਰਾ ਕੋਈ ਚਿੰਨ੍ਹ ਨਿਸ਼ਾਨ ਨਹੀਂ ਹੈ। ਨਿਰਸ਼ਰੀਕ ਹੈ। ਸ਼ਰੀਕ ਹੋਏ ਤੇ ਰਿਸ਼ਤੇਦਾਰ ਨੂੰ ਕਹਿੰਦੇ ਨੇ। ਸ਼ਰੀਕ ਦਾ ਸ਼ਬਦੀ ਇੱਥੇ ਬਰਾਬਰ ਦਾ। ਨਿਰਸ਼ਰੀਕ ਹੈ, ਤੇਰੇ ਬਰਾਬਰ ਦਾ ਕੋਈ ਨਹੀਂ ਹੈ। ਜੇ ਬਰਾਬਰ ਦਾ ਹੁੰਦਾ ਉਹਨੇ ਕਿਹਾ ਮੇਰਾ ਅੱਧ ਦੇ। ਜੇ ਭੈਣ ਭਰਾ ਸ਼ਰੀਕ ਹੁੰਦੇ ਨੇ, ਭਰਾ ਸ਼ਰੀਕ ਹੁੰਦੇ ਨੇ, ਇਹ ਬਾਪ ਦੀ ਪ੍ਰਾਪਰਟੀ 'ਚ ਬਰਾਬਰ ਦੇ ਹੱਕਦਾਰ ਹੁੰਦੇ ਨੇ। ਜਿਹੜਾ ਪਿਤਾ ਦੀ ਪ੍ਰਾਪਰਟੀ 'ਚ ਬਰਾਬਰ ਦਾ ਹੱਕਦਾਰ ਉਹਨੂੰ ਕਹਿੰਦੇ ਸ਼ਰੀਕ। ਇਸ ਲਈ ਭਰਾਵਾਂ ਨੂੰ ਕਹਿੰਦੇ ਨੇ ਸ਼ਰੀਕ। ਪਹਿਲਾਂ ਭੈਣਾਂ ਹਿੱਸਾ ਨਹੀਂ ਸੀ ਲਿਆ ਕਰਦੀਆਂ,
ਅੱਜ ਕੱਲ੍ਹ ਕਈ ਵਾਰੀ ਭੈਣਾਂ ਵੀ ਹਿੱਸਾ ਮੰਗਦੇ, ਸਾਡਾ ਹਿੱਸਾ ਦਿਓ, ਉਹ ਵੀ ਫਿਰ ਸ਼ਰੀਕ ਹੋ ਗਈ। ਨਿਰਸ਼ਰੀਕ ਪਰਮਾਤਮਾ ਦਾ ਕੋਈ ਸ਼ਰੀਕ ਨਹੀਂ ਹੈ, ਪਰ ਕੋਈ ਬਰਾਬਰ ਦਾ ਨਹੀਂ ਹੈ। हे परमात्मा तो निरशरीक हैं, निर्लंब हैं, निर्लंब हैं, तू आसरे तो रहत है। तू ਆਪਾਂ ਤਾਂ ਕਿਸੇ ਆਸਰੇ 'ਤੇ ਹਾਂ। ਜੇ ਖੜੇ ਹਾਂ ਤਾਂ ਧਰਤੀ ਸਾਡਾ ਆਸਰਾ ਹੈ, ਜੇ ਕੰਮ ਧੰਦਾ ਫਿਰ ਮਾਂ ਪਿਓ ਸਾਡੇ ਆਸਰਾ ਹੈ, ਕੋਈ ਦੋਸਤ ਮਿੱਤਰ ਸਾਡਾ ਆਸਰਾ ਹੈ। ਸਾਨੂੰ ਤਾਂ ਕਿਸੇ ਆਸਰੇ ਦੀ ਲੋੜ ਹੈ। परमात्मा निर्लंब है, वो आसरे तो रहत है। असंभ हैं, तू अपने आप तो है, जिन्होंने सहभंग कहते। जपजी साहब च लिखे सहभंग, अपने आप तो। असंभ हैं, तू अपने आप तो है, तेनू किसे बनाया नहीं हैगा, तू अपने आप तो है। अलीक हैं, तेरा कोई रूप रेख रंग नहीं है। निरशरीक हैं, तेरे कोई बराबर दा नहीं है। निर्लंब हैं, तेरा कोई आसरा नहीं है, तू आसरे तो रहत है। असंभ हैं, तू अपने आप तो है, तेनू किसे बनाया नहीं है, तू अपने आप तो है। अगे कहते अगम हैं, अजम हैं, अभूत हैं, अछूत हैं। अगम संस्कृत का शब्द है। गम हुंदा पहुँचना, अगम जिदे तक पहुँचा ना जा सके, उन्होंने कहते अगम। अगमा अगम अपारा होंदा बाणी जी। अगमा अगम अपारा नहीं उन्होंने पढ़ना, जेड़े सुन रहे हो कथा ध्यान रखना। रह रस भी आउंदा। अगमा अगम अपारा नहीं पढ़ना, अगमा अगम अपारा, ये संस्कृत के शब्द है। अगमा ते अगम, इसलिए तो टिप्पी ला रखी है। गम हुंदा पहुँचना, अगम जिदे तक पहुँचा ना जा सके, पहुँच तो रहत। हे परमात्मा तू अपहुँच हैं, तेरे तक कोई पहुँच नहीं सकता। अजम हैं, तू जम्मण तो रहत, जिन पर ऊपर लिखा अजन्मा, मैंने लिखा अजम, गल वही है। तू जम्मण तो रहत हैं, तू अजम है, तेनू किसे जम्मिया नहीं है, अजम है। अभूत है, भूत किन्ने वारी शब्द आ गए। तत्, अभूत हैं, तू तत्तां तो रहत हैं। हौली हौली ना ये सौखा हो जाएगा, फिर तो पता लग जाएगा अजम है, जम जमना, अजम जड़ा ना जमे। भूत किन्ने वारी शब्द आ गया। तत् अभूत है, जड़ा तत्ता तो नहीं बने। अछूत आम ही तुसीं गिने देख सुनते हो, अछूत जिन्हों छुया ना जाए। परमात्मा अछूत है। हे परमात्मा तेनू कोई छो नहीं सकता, तेनू कोई टच नहीं कर सकता, तू अछूत है। अगम हैं, तू अपहुँच हैं। अजम हैं, तू अजन्मा हैं। अभूत हैं, तू तत्ता तो रहत हैं। अछूत हैं, तेनू कोई छो नहीं सकता। अगे कहते अलोक हैं, अशोक हैं, अकर्म हैं, अपरम हैं। अलोक हैं, अलोक होंदा जिहड़ा दिखाई ना देवे। एक कोई ऐसी बंद कर दो, एक बंद कर दो। अलोक हैं, तू अदृष्ट हैं, तू इन अखा नाल नहीं दिसता, इसलिए अलोक हैं। अलोक होंदा अदृष्ट, जिहड़ा दिखाई ना देवे। अशोक हैं, शोक होंदा चिंता। अशोक तू चिंता रहत हैं, तेनू कोई चिंता नहीं। एक महाराज अशोक भी होया, नाम रखे ने अपने, इसलिए अशोक हैं, तू चिंता तो रहत हैं। अकर्म हैं, तू कर्मा तो रहत है, तू कर्म कोई नहीं करता,
ਜਿਹੜਾ ਕਰਮ ਕਰੇਗਾ ਉਹ ਕਰਮਾਂ 'ਚ ਵੱਝ ਜਾਏਗਾ। ਕਿਉਂ? ਕਰਮ ਚੰਗੇ ਵੀ ਹੋ ਸਕਦੇ ਨੇ, ਸਾਡੇ ਤੋਂ ਮੰਦੇ ਵੀ ਹੋ ਸਕਦੇ। ਅਸੀਂ ਕਰਮ ਕਰਦੇ ਹਾਂ, ਉਹ ਕਰਮਾਂ ਦੇ ਵੱਜੇ ਹੋਏ ਅਸੀਂ ਵਾਰੀ 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 ਜਨਮ ਲੈਂਦੇ ਹਾਂ। ਅਤੇ ਪਰਮਾਤਮਾ ਦੇ ਅਕਰਮ ਹੈ, ਤੂੰ ਕਰਮਾਂ ਤੋਂ ਰਹਿਤ ਹੈ। ਅਭਰਮ ਹੈ, ਤੂੰ ਭਰਮਾਂ ਤੋਂ ਰਹਿਤ ਹੈ। ਸਾਨੂੰ ਤਾਂ ਕੋਈ ਨਾ ਕੋਈ ਭਰਮ ਹੈ, ਕਿਸੇ ਨਿਛ ਮਾਰਤੀ ਭਰਮ, ਉਹ ਕੰਮ ਨਹੀਂ ਹੋਏਗਾ ਜੀ। ਪੰਡਤਾਂ ਦੇ ਕਹਿਣ, ਜੇ ਅੱਗੋਂ ਬਿੱਲੀ ਕ੍ਰਾਸ ਕਰ ਗਈ ਉਹ ਕੰਮ ਨਹੀਂ ਹੁੰਦਾ, ਬਿੱਲੀ ਹੋ ਗਈ। ਕਿਸੇ ਰਾਜ ਟੂਣਾ ਪਿਆ ਦੇਖ ਲਿਆ, ਉਹ ਵੀ ਮਾੜਾ ਹੋ ਗਿਆ। ਕਿਸੇ ਨੇ ਮਗਰੋਂ ਆਵਾਜ਼ ਮਾਰਤੀ, ਕਹਿਣ ਉਹ ਮਾੜਾ ਹੋ ਗਿਆ, ਇਹਨੇ ਮਗਰੋਂ ਆਵਾਜ਼ ਮਾਰਤੀ, ਹੁਣ ਕੰਮ ਨਹੀਂ ਠੀਕ ਹੋਣਾ। ਅਸੀਂ ਸਿੱਖ ਭਰਮਾਂ ਤੋਂ ਰਹਿਤ ਹੈ, ਕਿਉਂਕਿ ਸਿੱਖ ਪਰਮਾਤਮਾ ਨੂੰ ਮੰਨਦਾ ਹੈ ਅਤੇ ਪਰਮਾਤਮਾ ਆਪ ਅਭਰਮ ਹੈ, ਉਹ ਭਰਮਾਂ ਤੋਂ ਰਹਿਤ ਹੈ। ਤਾਂ ਸਿੱਖ ਨੂੰ ਵੀ ਭਰਮਾਂ ਤੋਂ ਰਹਿਤ ਹੋਣਾ ਚਾਹੀਦਾ। ਪਰ ਇਹ ਵੀ ਵਿਚਾਰਾ ਹੁਣ ਇਹ ਭਜਨ ਬੰਦਗੀ ਕਰਦਾ ਨਹੀਂ, ਇਹ ਵੀ ਭਰਮਾਂ 'ਚ ਫਸ ਗਿਆ। ਕਿੰਨੇ ਹੀ ਸਿੱਖਾਂ ਨੂੰ ਮੈਂ ਦੇਖਿਆ ਪੰਡਤਾਂ ਕੋਲ ਜਾਂਦੇ ਹਾਂ, ਉਹ ਕਹਿੰਦੇ ਨੇ ਜੀ ਤੁਹਾਡਾ ਮੁੰਡਾ ਜਾਂ ਕੁੜੀ ਜਿਹੜੀ ਹੈ ਇਹਨੂੰ ਤਾਂ ਫਲਾਣਾ ਗ੍ਰਹਿ ਹੈ, ਇਹ ਤਾਂ ਫਲਾਣਾ ਗ੍ਰਹਿ ਹੈ, ਇਹ ਤਾਂ ਸ਼ਨੀ ਹੈ ਜੀ, ਇਸ 'ਤੇ ਮੰਗਲ ਹੈ ਜੀ, ਇਸ 'ਤੇ ਹੋਰ ਗ੍ਰਹਿ ਹੈ ਜੀ, ਇਹ ਮੰਗਲੀਕ ਹੈ ਜੀ। ਭਜਨ ਬੰਦਗੀ ਕਰਨੀ ਨੇ ਇਹਨਾਂ ਵਕਤਾਂ 'ਚ ਪਏ ਰਹਿੰਦੇ। ਮੈਂ ਨਹੀਂ ਕਹਿੰਦਾ ਕਿ ਨਹੀਂ ਹੁੰਦੇ, ਇਹ ਹੁੰਦੇ ਨੇ, ਗ੍ਰਹਿ ਹੁੰਦੇ ਨੇ, ਮੰਗਲੀਕ ਹੁੰਦੇ ਨੇ। ਪਰ ਜੇ ਭਜਨ ਬੰਦਗੀ ਕਰੀਏ ਇਹਨਾਂ ਸਾਰੇ ਗ੍ਰਹਿਆਂ ਦਾ ਅਸਰ ਖਤਮ ਹੋ ਜਾਂਦਾ, ਬਸ ਆਨੰਦ ਨਾ ਰਹੋ। ਭਜਨ ਬੰਦਗੀ ਕਰਨੇ ਨਹੀਂ, ਇਸ ਇਹਨਾਂ ਵਕਤਾਂ 'ਚ ਪੈ ਰਹਿਣਾ ਹੈ, ਇਹਨਾਂ ਵਕਤਾਂ 'ਚ ਪੈ ਰਹਿੰਦੇ ਨੇ। ਪੁਰਾਤਨ ਸਿੱਖ ਕਿਸੇ ਵੀ ਗ੍ਰਹਿ ਗੁਰੂ ਨੂੰ ਨਹੀਂ ਸਨ ਮੰਨਦੇ, ਕਿਉਂਕਿ ਬਾਣੀ ਕੇ ਪੰਚਮ ਪਾਤਸ਼ਾਹ ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਮ, ਗੁਰੂ ਦੇ ਨਾਮ ਦੀ ਦਾਤ ਦੇ ਕੇ ਸਾਰੇ ਗ੍ਰਹਿ ਹੀ ਦੂਰ ਕਰਤੇ। ਇਸ ਲਈ ਜਿਹੜਾ ਭਜਨ ਬੰਦਗੀ ਕਰਦਾ ਹੈ ਉਸ 'ਤੇ ਕਿਸੇ ਗ੍ਰਹਿ ਦਾ ਕੋਈ ਅਸਰ ਨਹੀਂ ਹੁੰਦਾ। ਸਾਰੇ ਗ੍ਰਹਿ ਭਜਨ ਬੰਦਗੀ ਨਾਲ ਆਪਣੇ ਆਪ ਹੀ ਖਤਮ ਹੋ ਜਾਂਦੇ ਹਨ। ਪਰ ਅੱਜ ਦਾ ਸਿੱਖ ਭਜਨ ਬੰਦਗੀ ਤੋਂ ਬਹੁਤ ਦੂਰ ਚਲਿਆ ਗਿਆ ਹੈ। ਆਹ ਸ਼ਹਿਰਾਂ 'ਚ ਥੋੜ੍ਹੇ ਜਿਹੇ ਭਜਨ ਬੰਦਗੀ ਵਾਲੇ ਹੈਗੇ, ਬਾਕੀ ਤਾਂ ਸਤਿ ਸ੍ਰੀ ਅਕਾਲ ਹੋ ਗਈ। ਕਿਸੇ ਬਾਣੀ ਵੀ ਨਹੀਂ ਪੜ੍ਹਨੀ ਆਉਂਦੀ। ਅੱਜ ਨੇ ਮੇਰੇ ਕੋਲ ਅਰਦਾਸ ਹੈ, ਮੈਂ ਆਸਟ੍ਰੇਲੀਆ ਚਲਿਆ ਜਾਵਾਂ, ਮੈਂ ਉਹਨਾਂ ਨੂੰ ਪਾਠ ਦੇ ਦਿੰਦਾ। ਉਹ ਪਾਠ ਮੇਰੇ ਤੋਂ ਲੈ ਕੇ ਆਪਣੀ ਮਾਂ ਨੂੰ ਦੇ ਦੇਵੇ, ਤੂੰ ਕਰ। ਆਸਟ੍ਰੇਲੀਆ ਜਾਵੇ ਤੂੰ, ਪਾਠ ਕਰੇ ਮਾਂ। ਇਹੋ ਜਿਹੇ ਤਾਂ ਅਸੀਂ ਹਾਂ, ਪਾਠ ਹੀ ਨਹੀਂ ਕਰਦੇ ਵੀ ਪਾਠ ਆਪਣੇ ਲਈ ਕਰਨਾ। ਮੈਂ ਜੇ ਪਾਠ ਦੇਣਾ ਤੁਹਾਡੇ ਭਲੇ ਲਈ ਦੇਣਾ, ਉਹ 'ਚ ਮੇਰਾ ਕੀ ਭਲਾ ਹੋਣਾ ਵੇ। ਨਹੀਂ ਪਾਠ ਕਰੋਗੇ ਠੀਕ ਹੈ, ਧੱਕੇ ਜੇ ਖਾਈ ਜਾਓ। ਭਜਨ ਬੰਦਗੀ ਕਰੋ। ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤ। ਹੁਣ ਬਾਣੀ ਹੈ, ਬਾਣੀ 'ਤੇ ਗਰੰਟੀ ਹੈ, ਬਾਣੀ 'ਚ ਜੋ ਲਿਖੋ ਤੇ ਗਰੰਟੀ ਹੈ ਕਿ ਹੇ ਪਰਮਾਤਮਾ ਜਿਹੜਾ ਤੇਰੀ ਭਜਨ ਬੰਦਗੀ ਕਰਦਾ ਹੈ ਤੂੰ ਉਹਦੇ ਕਾਰਜ ਸਵਾਰਦਾ ਹੈ। ਫਿਰ ਬਾਣੀ ਪੜ੍ਹੋ, ਨਾਮ ਜਪੋ। ਕਿਉਂ ਜ਼ਿੰਦਗੀ ਧੱਕੇ ਜੇ ਖਾਈ ਜਾਂਦੇ ਹੁੰਦੇ? ਭਜਨ ਬੰਦਗੀ ਕਰਨੀ ਨਹੀਂ, ਇਸ ਲਈ ਭਰਮਾਂ 'ਚ ਪੈ ਰਹਿਣਾ ਹੈ। ਪਰਮਾਤਮਾ ਹੈਗਾ ਅਭਰਮ, ਉਹ ਤਾਂ ਭਰਮਾਂ ਤੋਂ ਰਹਿਤ ਹੈ, ਉਹ ਅਲੋਕ ਹੈ। ਅਲੋਕ ਹੁੰਦਾ ਅਦ੍ਰਿਸ਼ਟ, ਜਿਹੜਾ ਵਿਖਾਈ ਨਾ ਦੇਵੇ, ਜਿਹੜਾ ਇਹਨਾਂ ਅੱਖਾਂ ਨਾਲ ਨਾ ਦਿਸੇ, ਉਹਨੂੰ ਕਹਿੰਦੇ ਅਲੋਕ। ਅਸ਼ੋਕ, ਸ਼ੋਕ ਦੀ ਚਿੰਤਾ, ਅਸ਼ੋਕ ਹੈ ਪਰਮਾਤਮਾ ਤੂੰ ਚਿੰਤਾ ਤੋਂ ਰਹਿਤ ਹੈ। ਅਲੋਕ ਤੂੰ ਅਦ੍ਰਿਸ਼ਟ ਹੈ, ਤੂੰ ਅਸ਼ੋਕ ਤੂੰ ਚਿੰਤਾ ਤੋਂ ਰਹਿਤ ਹੈ। ਅਕਰਮ ਤੂੰ ਕਰਮਾਂ ਤੋਂ ਰਹਿਤ ਹੈ। ਅਭਰਮ ਤੂੰ ਭਰਮਾਂ ਤੋਂ ਰਹਿਤ ਹੈ। ਅਜੀਤ ਹੈ, ਤੈਨੂੰ ਕੋਈ ਜਿੱਤ ਨਹੀਂ ਸਕਦਾ, ਤੂੰ ਅਜਿੱਤ ਹੈ। ਪੰਜਾਬੀ ਕਹਿੰਦੇ ਅਜਿੱਤ, ਹਿੰਦੀ ਵਾਲੇ ਕਹਿੰਦੇ ਅਜੀਤ। ਹੁਣ ਜਿਵੇਂ ਇੰਗਲਿਸ਼ ਵਾਲਾ ਲਿਖਦਾ AJIT, ਇਹਨੂੰ ਕੋਈ ਅਜਿੱਤ ਪੜ੍ਹ ਦੇਗਾ, ਕੋਈ ਅਜੀਤ ਪੜ੍ਹ ਦੇਗਾ। ਬੱਚੇ ਦਾ ਨਾਂ ਅਜੀਤ ਸਿੰਘ, ਉਹ ਲਿਖਦਾ AJIT, ਇੱਕ ਕਹੇਗਾ ਆ ਵੀ ਅਜਿੱਤ ਸਿੰਘ। ਅਜਿੱਤ ਜਿੱਤਰ ਕੋ ਲਿਖੋ ਇੰਗਲਿਸ਼ ਅਜਿੱਤ,
तो फिर इसे लिखो ना AJIT, आही लिखो अजित। और नहीं अजीत वो कदर नहीं, तो अजित असल शब्द है AJEET, फिर बिहारी बनती है अजीत सिंह। जे डबल ई पाओगे फिर वो बिहारी का कम करेगी, जी आई है वो तो सिहारी का कम करेगी। मीनिंग दोनों का इको है। ਹੁਣ ਇੱਕ ਬੱਚੇ ਦਾ ਨਾਂ ਸੀ ਮਹਾਂ ਸਿੰਘ, ਧਿਆਨ ਦੇਣਾ। ਉਹ ਮਹਾਂ ਇੰਗਲਿਸ਼ ਦੇ ਵਿੱਚ ਲਿਖਿਆ ਤੇ ਮੰਮੇ ਨੂੰ MAHAN, ਜੇ ਐਨ ਨਹੀਂ ਪਾਉਂਦੇ ਮੈਂ ਇਹੋ ਜਿਹਾ ਮਹਾ। ਨਾਮ ਹੈ ਮਹਾਂ ਸਿੰਘ, MAHAN, ਇੰਗਲਿਸ਼ ਤੇ ਲਿਖਿਆ ਮਹਾਂ ਸਿੰਘ। ਬੋਲੇ ਜਦ ਉਹਨੇ ਪੰਜਾਬੀ ਕਿਸੇ ਨੇ ਬਣਾਈ, ਕਲਰਕ ਨੇ ਉੱਥੇ ਉਹਨੂੰ ਲਿਖਤਾ ਮਹਾਨ ਸਿੰਘ, ਉਹਦੇ ਲਈ ਪੰਗਾ ਖੜਾ ਹੋ ਗਿਆ। ਉਹਦਾ ਨਾਂ ਸੀ ਮਹਾਂ ਸਿੰਘ, ਉਹਨੇ ਲਿਖਤਾ ਮਹਾਨ ਸਿੰਘ। ਉਹ ਕਿੰਨਾ ਸਮਾਂ ਲੱਗ ਗਿਆ ਉਹਦਾ ਨਾਮ ਠੀਕ ਕਰਾਉਣ 'ਤੇ ਬੋਰਡ ਦੇ ਵਿੱਚ। ਕੰਮ ਕਿਹੜਾ ਛੇਤੀ ਛੇਤੀ ਹੁੰਦੇ ਨੇ। ਮੈਂ ਕਿਹਾ ਯਾਰ ਕੋਈ ਦਕਸ਼ਨਾ ਦੇ, ਉਹਨਾਂ ਨੂੰ ਮੱਥੇ ਮਾਰ, ਆਪਣਾ ਕੰਮ ਕਰਾ ਕੇ ਆ, ਨਹੀਂ ਤੇਰੇ ਗੇੜੇ 'ਚ ਲਵਾਈ ਜਾਣਗੇ। ਸੋ ਇਸ ਲਈ ਹੈ ਮਹਾਂ ਸਿੰਘ, ਮੀਨਿੰਗ ਮਹਾਨ ਹੀ ਹੈ। ਮਹਾਂ ਦਾ ਮੀਨਿੰਗ ਤਾਂ ਮਹਾਨ ਹੈ, ਜਿਵੇਂ ਮਹਾਰਾਜਾ, ਮਹਾਨ ਰਾਜਾ, ਵੱਡਾ ਰਾਜਾ, ਮੀਨਿੰਗ ਇੱਕੋ ਹੈ। ਪਰ ਗੱਲ ਤਾਂ ਇਹ ਹੈ ਕਿ ਜਦੋਂ ਕੋਈ ਪਾਸਪੋਰਟ ਬਣਾਉਣਾ, ਕੁਛ ਹੋਰ ਕਰਾਉਣਾ, ਫਿਰ ਉਹ ਕਹਿੰਦੇ ਵੀ ਨਾ ਤੂੰ ਪੰਜਾਬੀ ਲਿਖਿਆ ਮਹਾਂ ਅਤੇ ਇੰਗਲਿਸ਼ ਲਿਖਿਆ ਮਹਾਂ, ਪੰਜਾਬੀ ਲਿਖਿਆ ਮਹਾਨ, ਤਾਂ ਕਰੈਕਟ ਕਰਾਉਣਾ ਪਿਆ। ਇਸ ਲਈ ਅਜੀਤ ਅਤੇ ਅਜਿੱਤ ਇੱਕੋ ਹੀ ਗੱਲ ਹੈ। ਅਜੀਤ ਹਿੰਦੀ ਦਾ ਸ਼ਬਦ ਹੈ, ਅਜਿੱਤ ਪੰਜਾਬੀ ਦਾ ਸ਼ਬਦ ਹੈ। ਸੋ ਕਹਿੰਦੇ ਅਜੀਤ ਹੈ, ਅਭੀਤ ਹੈ, ਅਵਾਹ ਹੈ, ਅਗਾਹ ਹੈ, ਅਜੀਤ ਹੈ। ਭਾਵ ਤੈਨੂੰ ਕੋਈ ਜਿੱਤ ਨਹੀਂ ਸਕਦਾ, ਤੂੰ ਅਜਿੱਤ ਹੈ। ਅਭੀਤ ਹੈ, ਭੀਤ ਪਹਿਲਾਂ ਵੀ ਆ ਗਿਆ ਹੈ, ਡਰ, ਭੈ ਭੀਤ ਹੋ ਜਾਣਾ, ਬਹੁਤ ਡਰ ਜਾਣਾ। ਅਭੀਤ ਹੈ, ਤੂੰ ਨਿਡਰ ਹੈ, ਤੂੰ ਡਰਦਾ ਨਹੀਂ ਹੈ। ਭੀਤ ਉਹਦਾ ਜਿਹੜਾ ਡਰ ਹੈ, ਡਰ, ਅਭੀਤ, ਨਿਡਰ। ਅਭੀਤ ਹੈ, ਤੂੰ ਨਿਡਰ ਹੈ। ਅਵਾਹ ਹੈ, ਵਾਹ ਹੁੰਦੇ ਸਵਾਰੀ, ਅਵਾਹ ਤੂੰ ਬਿਨਾਂ ਸਵਾਰੀ ਤੋਂ ਹੈ। ਆਪਾਂ ਤਾਂ ਸਾਈਕਲ, ਸਕੂਟਰ, ਮੋਟਰਸਾਈਕਲ, ਕਾਰ, ਬੱਸ, ਟਰੱਕ, ਰੇਲ ਗੱਡੀ, ਹਵਾਈ ਜਹਾਜ਼, ਸਾਡੇ ਤਾਂ ਸਵਾਰੀ ਦੇ ਕਈ ਸਾਧਨ। ਪਰਮਾਤਮਾ ਬਿਨਾਂ ਸਵਾਰੀ ਤੋਂ ਹੈ, ਅਵਾਹ ਹੈ। ਹੇ ਪਰਮਾਤਮਾ ਤੂੰ ਬਿਨਾਂ ਸਵਾਰੀ ਤੋਂ ਹੈ। ਅਗਾਹ ਹੈ, ਅਗਾਹ ਹੁੰਦਾ ਅਥਾਹ, ਜਿਹਨੂੰ ਆਪਾਂ ਕਹਿੰਦੇ ਅਥਾਹ, ਬੇਅੰਤ। ਅਗਾਹ ਹੈ, ਤੂੰ ਅਥਾਹ ਹੈ। ਫਿਰ ਦੇਖੋ ਅਜੀਤ ਹੈ, ਹੇ ਪਰਮਾਤਮਾ ਤੂੰ ਅਜਿੱਤ ਹੈ, ਤੈਨੂੰ ਕੋਈ ਜਿੱਤ ਨਹੀਂ ਸਕਦਾ। ਅਭੀਤ ਹੈ, ਤੂੰ ਨਿਡਰ ਹੈ। ਅਵਾਹ ਹੈ, ਤੂੰ ਸਵਾਰੀ ਤੋਂ ਰਹਿਤ ਹੈ। ਅਗਾਹ ਹੈ, ਤੂੰ ਅਥਾਹ ਹੈ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ, ਤੂੰ ਅਥਾਹ ਹੈ, ਅਗਾਹ ਹੈ। ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ। ਕਈ ਗੁਟਕੇ ਲਿਖੇ ਫਿਰ ਏਕ, ਫੱਫੇ ਅਨੁਸਾਰੀ ਰਾਰੇ ਲਾ ਕੱਕਾ ਇਕੱਠਾ ਪਾਇਆ ਹੋਣਾ, ਅਤੇ ਕਈ ਗੁਟਕਿਆਂ 'ਚ ਫਿਰ ਏਕ ਹੈ। ਇਹ ਗੁਟਕਿਆਂ 'ਚ ਕਈ ਵਾਰੀ ਫਰਕ ਹੁੰਦਾ ਹੈ। ਜਦੋਂ ਉਤਾਰਾ ਕਰਦੇ, ਜੇ ਤਾਂ ਸਿੱਧੇ ਦਸਮ ਗ੍ਰੰਥ ਤੋਂ ਉਤਾਰਾ ਕੀਤਾ ਜਾਵੇ ਫਿਰ ਹੋ ਰਿਹਾ, ਜੇ ਗੁਟਕਾ ਤੋਂ ਅੱਗੇ ਅੱਗੇ ਉਤਾਰੇ ਕਰਨ ਉਸ ਕਈ ਵਾਰੀ ਰਹਿ ਜਾਂਦਾ ਹੈ। ਅਮਾਨ ਹੈ, ਜਿਹੜਾ ਗਿਣਤੀ ਮਿਣਤੀ ਤੋਂ ਰਹਿਤ ਹੋਵੇ। ਤੂੰ ਕਿਸੇ ਗਿਣਤੀ ਮਿਣਤੀ 'ਚ ਨਹੀਂ ਹੈ। ਤੂੰ ਕਿੱਡਾ ਵੱਡਾ ਹੈ, ਕੋਈ ਮਿਲ ਨਹੀਂ ਸਕਦਾ ਤੈਨੂੰ। ਤੂੰ ਕਿਸੇ ਗਿਣਤੀ ਮਿਣਤੀ 'ਚ ਨਹੀਂ ਹੈ, ਅਮਾਨ ਹੈ। ਨਿਧਾਨ ਹੈ, ਤੂੰ ਖਜ਼ਾਨਾ ਹੈ। ਅਨੇਕ ਹੈ, ਤੂੰ ਅਣਗਿਣਤ ਹੈ। ਫਿਰ ਏਕ ਹੈ, ਅਤੇ ਅੰਤ ਨੂੰ ਇੱਕ ਹੀ ਹੈ। ਪਰਮਾਤਮਾ ਇੱਕ ਹੈ, ਨਿਰਗੁਣ ਹੈ, ਅਣਗਿਣਤ ਸਰਗੁਣ ਹੈ। ਅਸੀਂ ਸਾਰੇ ਜਿੰਨੇ ਸੰਸਾਰ 'ਚ ਲੋਕ ਨੇ, ਇਸ ਹੈਣ ਤੇ ਪਰਮਾਤਮਾ ਹੀ।
ਇਹ ਸਾਰੇ ਪਰਮਾਤਮਾ ਕੇ, ਸਾਰਿਆਂ ਦੇ ਵਿੱਚ ਪਰਮਾਤਮਾ ਬੈਠਾ ਹੈ। ਜੋ ਦਿਸੈ ਸੋ ਤੇਰਾ ਰੂਪ, ਹੈ ਪਰਮਾਤਮਾ ਜੋ ਦਿਸ ਰਿਹਾ ਤਾਂ ਤੇਰੇ ਹੀ ਰੂਪ ਹੈ, ਤੂੰ ਅਲੱਗ ਨਹੀਂ ਹੈ। ਪਰਮਾਤਮਾ ਅਨੇਕ ਵੀ ਹੈ ਅਤੇ ਪਰਮਾਤਮਾ ਇੱਕ ਵੀ ਹੈ, ਅਮਾਨ ਹੈ। ਤੂੰ ਗਿਣਤੀ ਮਿਣਤੀ ਤੋਂ ਰਹਿਤ ਹੈ, ਨਿਧਾਨ ਹੈ। ਤੂੰ ਖਜ਼ਾਨਾ ਹੈ, ਅਨੇਕ ਹੈ। ਤੂੰ ਅਣਗਿਣਤ ਹੈ, ਫਿਰ ਏਕ ਹੈ ਅਤੇ ਫਿਰ ਵੀ ਇੱਕ ਹੈ, ਕਿਉਂਕਿ ਤੂੰ ਇੱਕ ਤੋਂ ਹੀ ਅਨੇਕ ਬਣਿਆ ਹੋਇਆ। ਅੱਗੇ ਭੁਜੰਗ ਪ੍ਰਿਆਤ ਛੰਦ, ਇਹ ਛੰਦ ਦਾ ਨਾਮ ਹੈ ਭੁਜੰਗ ਪ੍ਰਿਆਤ ਛੰਦ। ਇਹਨੂੰ ਪ੍ਰਿਆਤ ਨਹੀਂ ਪੜ੍ਹਨਾ, ਲਿਖਿਆ ਯਈਏ ਨਾਲ ਜਾਂਦਾ, ਪੜ੍ਹਿਆ ਰਾਰੇ ਨੂੰ ਸਿਆਰੀ ਨਾਲ ਜਾਂਦਾ। ਪ੍ਰਿਆਤ ਆੜਾ ਲਾਉਣਾ ਕਿ ਪਰ ਯਾਤ ਨੂੰ ਕੀ ਪੜ੍ਹਨਾ, ਪ੍ਰਿਆਤ। ਜਿਵੇਂ ਲਿਖਿਆ ਹਿੰਦੀ ਜਾਂਦਾ ਅਧਿਆਪਕ, ਪੜ੍ਹਿਆ ਜਾਂਦਾ ਅਧਿਆਪਕ, ਆੜੇ ਨਾਲ ਪੜ੍ਹਿਆ ਜਾਂਦਾ। ਇਸ ਤਰ੍ਹਾਂ ਪ੍ਰਿਆਤ, ਭੁਜੰਗ ਪ੍ਰਿਆਤ ਛੰਦ, ਇਹ ਨਾਮ ਹੈ ਛੰਦ ਦਾ। ਨਮੋ ਸਰਬ ਮਾਨੇ ਸਮਸਤੀ ਨਿਧਾਨੇ, ਇਹਨੂੰ ਸਮਸਤੀ ਨਹੀਂ ਪੜ੍ਹਨਾ। ਹਿੰਦੀ ਦਾ ਸ਼ਬਦ ਹੈ ਸਮਸਤ, ਸਾਰੇ ਨੂੰ ਕਹਿੰਦੇ ਆ ਸਮਸਤ, ਇਸ ਲਈ ਇਸ ਨੂੰ ਮੰਮੇ 'ਤੇ ਅਧਿਕ ਲਾ ਕੇ ਪੜ੍ਹਨਾ। ਸਮਸਤੀ, ਸਮਸਤੀ ਨਿਧਾਨੇ। ਨਮੋ ਦੇਵ ਦੇਵੇ ਅਪੇਖੀ ਅਭੇਵੇ। ਨਮੋ ਹੁੰਦਾ ਨਮਸਕਾਰ, ਸਰਬ ਮਾਨੇ, ਸਭ ਦੇ ਪੂਜਣ ਯੋਗ। ਮਾਨੇ ਹੁੰਦਾ ਪੂਜਣ ਯੋਗ, ਸਭ ਦੇ ਪੂਜਣ ਯੋਗ ਪ੍ਰਭੂ ਤੈਨੂੰ ਨਮਸਕਾਰ ਹੈ। ਨਮੋ ਨਮਸਕਾਰ ਹੈ। ਨਮੋ ਸਰਬ ਮਾਨੇ, ਮਾਨੇ ਹੁੰਦਾ ਪੂਜਣ ਯੋਗ, ਜਿਹੜੇ ਸਾਰੇ ਮੰਨਦੇ ਹੋਣ, ਸਭ ਦੇ ਪੂਜਣ ਯੋਗ ਹੈ। ਸਭ ਦੇ ਪੂਜਣ ਯੋਗ ਪ੍ਰਭੂ ਤੈਨੂੰ ਨਮਸਕਾਰ ਹੈ। ਸਮਸਤੀ ਨਿਧਾਨੇ, ਤੂੰ ਸਾਰੇ ਖਜ਼ਾਨਿਆਂ ਦਾ ਮਾਲਕ ਹੈ। ਸਮਸਤ ਸਾਰੇ, ਤੂੰ ਸਾਰੇ ਖਜ਼ਾਨਿਆਂ ਦਾ ਮਾਲਕ ਹੈ, ਭਾਵ ਤੂੰ ਹਰ ਇੱਕ ਚੀਜ਼ ਦਾ ਮਾਲਕ ਹੈ, ਤੂੰ ਸਭ ਕਾਸੇ ਦਾ ਮਾਲਕ ਹੈ, ਤੂੰ ਸੰਸਾਰ ਦਾ ਖਜ਼ਾਨਾ ਹੈ। ਨਮੋ ਦੇਵ ਦੇਵੇ, ਤੂੰ ਦੇਵਤਿਆਂ ਦਾ ਦੇਵਤਾ ਹੈ, ਤੂੰ ਦੇਵਤਿਆਂ ਦਾ ਦੇਵਤਾ ਹੈ। ਅਪੇਖੀ, ਤੂੰ ਭੇਖ ਤੋਂ ਰਹਿਤ ਹੈ, ਤੇਰਾ ਵਿਸ਼ੇਸ਼ ਪ੍ਰਕਾਰ ਦਾ ਪਹਿਰਾਵਾ ਨਹੀਂ ਹੈ। ਜਿਵੇਂ ਜੈਨੀਆਂ ਦਾ ਹੋਰ ਪਹਿਰਾਵਾ ਹੈ, ਬੋਧੀਆਂ ਦਾ ਹੋਰ ਹੈ, ਸਿੱਖਾਂ ਦਾ ਹੋਰ ਹੈ, ਬ੍ਰਾਹਮਣਾਂ ਦਾ ਹੋਰ ਹੈ, ਮੁਸਲਮਾਨਾਂ ਦਾ ਹੋਰ ਹੈ। ਅੱਡ ਅੱਡ ਪਹਿਰਾਵੇ ਭੇਖ ਨੇ। ਜੋਗੀਆਂ ਦਾ ਪਹਿਰਾਵਾ ਹੋਰ ਹੈ। ਤੂੰ ਤੇ ਅਪੇਖੀ ਹੈ, ਤੇਰਾ ਤੂੰ ਭੇਖ ਹੀ ਨਹੀਂ ਹੈ, ਤੇਰਾ ਕੋਈ ਵਿਸ਼ੇਸ਼ ਪ੍ਰਕਾਰ ਦਾ ਭੇਖ ਨਹੀਂ, ਤੂੰ ਅਪੇਖੀ ਹੈ, ਤੇਰਾ ਕੋਈ ਭੇਖ ਨਹੀਂ ਹੈ। ਅਭੇਵੇ, ਤੂੰ ਭੇਦ ਰਹਿਤ ਹੈ, ਤੈਨੂੰ ਤੇਰਾ ਕੋਈ ਭੇਦ ਨਹੀਂ ਜਾਣਦਾ। ਅਭੇਵੇ, ਅਭੇਦ ਵੀ ਲਿਖਿਆ ਹੈ ਇੱਕ ਥਾਂ ਸੇ, ਅਭੇਦ, ਤੇਰਾ ਕੋਈ ਭੇਦ ਨਹੀਂ ਪਾ ਸਕਦਾ। ਅਭੇਦ ਹੈ, ਉਹੀ ਨੂੰ ਕਹਿ ਅਭੇਵੇ। ਤੂੰ ਭੇਦ ਰਹਿਤ ਹੈ, ਅਪੇਖੀ, ਤੂੰ ਭੇਖ ਰਹਿਤ ਹੈ। ਦੇਵ ਦੇਵੇ, ਤੂੰ ਦੇਵਤਿਆਂ ਦਾ ਦੇਵਤਾ ਹੈ। ਸਮਸਤੀ, ਸਾਰੇ, ਨਿਧਾਨੇ, ਖਜ਼ਾਨੇ। ਮਾਨੇ, ਮਾਣ ਯੋਗ, ਤੂੰ ਸਭ ਦਾ ਮਾਣ ਯੋਗ ਹੈ, ਤੈਨੂੰ ਨਮਸਕਾਰ ਹੈ। ਸਭ ਦੇ ਮਾਣ ਯੋਗ ਪ੍ਰਭੂ ਤੈਨੂੰ ਨਮਸਕਾਰ ਹੈ। ਤੂੰ ਸਾਰੇ ਖਜ਼ਾਨਿਆਂ ਦਾ ਮਾਲਕ ਹੈ, ਤੂੰ ਦੇਵਤਿਆਂ ਦਾ ਦੇਵਤਾ ਹੈ। ਤੂੰ ਅਪੇਖੀ, ਤੂੰ ਭੇਖ ਰਹਿਤ ਹੈ। ਅਭੇਵੇ, ਤੂੰ ਭੇਦ ਰਹਿਤ ਹੈ, ਤੇਰਾ ਕੋਈ ਭੇਦ ਨਹੀਂ ਪਾ ਸਕਦਾ। ਨਮੋ ਕਾਲ ਕਾਲੇ, ਨਮੋ ਸਰਬ ਪਾਲੇ। ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ। ਕਾਲ ਕਾਲੇ, ਤੂੰ ਕਾਲ ਦਾ ਵੀ ਕਾਲ ਹੈ। ਕਾਲ ਸਾਰਿਆਂ ਨੂੰ ਮਾਰਦਾ ਹੈ, ਤੂੰ ਤੇ ਕਾਲ ਨੂੰ ਵੀ ਮਾਰਨ ਵਾਲਾ ਹੈ। ਤੂੰ ਤੇ ਕਾਲ ਦਾ ਕਾਲ ਹੈ, ਜਿਹਨੂੰ ਦਸਮ ਪਾਤਸ਼ਾਹ ਕਹਿੰਦੇ ਮਹਾਂਕਾਲ।
हे परमात्मा तू तो महाकाल है, तू तो काल दा भी काल है, तू तो मौत दी भी मौत है। मौत सानू मारदी है, तू मौत नू मारन वाला है, इसलिए तू काल दा काल है। नमो सर्ब पाले, तू सारिਆਂ ਦੀ पालना पोषण करन वाला, तू सारिਆਂ ਨੂੰ पालन वाला है। नमो सर्ब गौणे, गौणे हुंदा जाना, तू सारियां ਥਾਵਾਂ ਤੇ ਜਾ ਸਕਦਾ है। कोई ਥਾਂ नहीं जिथे परमात्मा नहीं जा सकता। नमो सर्ब गौणे, हे सारे ਥਾਵਾਂ ਤੇ ਜਾਣ ਵਾਲੇ ਤੈਨੂੰ ਨਮਸਕਾਰ ਹੈ। ਸਾਰੀਆਂ ਥਾਵਾਂ ਜਿਹੜਾ ਜਾ ਸੀ ਉਹਨੂੰ ਕਹਿੰਦੇ ਨੇ ਸਰਬ ਵਿਆਪਕ। ਤੁਸੀਂ ਕਈ ਵਾਰੀ ਸੁਣਿਆ ਪਰਮਾਤਮਾ ਜੀ ਸਰਬ ਵਿਆਪਕ ਹੈ, ਵੀ ਪਰਮਾਤਮਾ ਸਾਰੀਆਂ ਥਾਵਾਂ 'ਤੇ ਹੈ, ਕੋਈ ਐਸੀ ਥਾਂ ਨਹੀਂ ਜਿੱਥੇ ਪਰਮਾਤਮਾ ਨਹੀਂ ਹੈ। ਇਸ ਲਈ ਪਰਮਾਤਮਾ ਸਭ ਥਾਵਾਂ 'ਤੇ ਜਾ ਸਕਦਾ ਹੈ। ਇਸ ਲਈ ਕਹਿੰਦੇ ਗਾਉਣੇ ਗਵਨ ਤੋਂ ਬਣੇ, ਗੱਗਾ ਵਾਵਾ ਨੰਨਾ ਗਵਨ। ਜਿਵੇਂ ਆਪਾਂ ਕਹਿੰਦੇ ਆਵਾ ਗਵਨ, ਇਹ ਜੰਮਣ ਮਰਨ ਦਾ ਜਿਹੜਾ ਚੱਕਰ ਹੈ ਇਹਨੂੰ ਕੀ ਕਹਿੰਦੇ ਨੇ? ਆਵਾ ਗਵਨ। ਆਵਾ ਮੈਨੇ ਆਉਣਾ, ਗਵਨ ਮੈਨੇ ਜਾਣਾ। ਪਰਮਾਤਮਾ ਸਭ ਥਾਵਾਂ, ਸਭ ਥਾਵਾਂ 'ਤੇ ਜਾ ਸਕਦਾ ਹੈ। ਪਰ ਪਰਮਾਤਮਾ ਸਰਬ ਵਿਆਪਕ ਹੈ। ਤੈਨੂੰ ਨਮਸਕਾਰ ਹੈ। ਨਮੋ ਸਰਬ ਭਉਣੇ, ਭਉਣ ਭਵਨ, ਤਿੰਨ ਭਵਨ ਮੰਨੇ ਗਏ ਨੇ, ਮਾਤ ਲੋਕ, ਪਤਾਲ ਲੋਕ, ਆਕਾਸ਼ ਲੋਕ। ਤੂੰ ਤਿੰਨਾਂ ਭਵਨਾਂ 'ਚ ਵਸਣ ਵਾਲਾ ਹੈ, ਕਿਉਂਕਿ ਪਰਮਾਤਮਾ ਹਰ ਹਿਰਦੇ 'ਚ ਵਸਦਾ ਹੈ। ਪਰਮਾਤਮਾ ਹਰ ਇੱਕ ਚੀਜ਼ ਦੇ ਵਿੱਚ ਵਸਦਾ ਹੈ। ਇਸ ਲਈ ਪਰਮਾਤਮਾ ਤਿੰਨਾਂ ਭਵਨਾਂ 'ਚ ਹੀ ਵਸਣ ਵਾਲਾ ਹੈ। ਭਵਨੇ, ਹੇ ਤਿੰਨਾਂ ਭਵਨਾਂ 'ਚ ਵਸਣ ਵਾਲੇ ਪਰਮਾਤਮਾ ਤੈਨੂੰ ਨਮਸਕਾਰ ਹੈ। ਨਮੋ ਸਰਬ ਗਉਣੇ, ਸਭ ਥਾਵਾਂ 'ਤੇ ਜਾਣ ਵਾਲੇ ਪਰਮਾਤਮਾ ਤੈਨੂੰ ਨਮਸਕਾਰ ਹੈ। ਨਮੋ ਸਰਬ ਪਾਲੇ, ਸਾਰਿਆਂ ਨੂੰ ਪਾਲਣ ਵਾਲੇ ਪ੍ਰਭੂ ਤੈਨੂੰ ਨਮਸਕਾਰ ਹੈ। ਨਮੋ ਸਰਬ ਗਉਣੇ, ਤੂੰ ਸਾਰੀਆਂ। ਨਮੋ ਸਰਬ ਨਮੋ ਕਾਲ ਕਾਲੇ, ਤੂੰ ਕਾਲ ਦਾ ਕਾਲ ਹੈ। ਨਮੋ ਕਾਲ ਕਾਲੇ, ਤੂੰ ਕਾਲ ਦਾ ਕਾਲ ਹੈ, ਤੂੰ ਮਹਾਕਾਲ ਹੈ। ਨਮੋ ਸਰਬ ਪਾਲੇ, ਤੂੰ ਸਾਰਿਆਂ ਨੂੰ ਪਾਲਣ ਵਾਲਾ ਹੈ। ਨਮੋ ਸਰਬ ਗਉਣੇ, ਤੂੰ ਸਾਰੀਆਂ ਥਾਵਾਂ 'ਤੇ ਜਾ ਸਕਣ ਵਾਲਾ ਹੈ। ਨਮੋ ਸਰਬ ਭਉਣੇ, ਤੂੰ ਸਾਰੇ ਭਵਨਾਂ ਵਿੱਚ ਵਸਦਾ ਹੈ। ਅਨੰਗੀ, ਅਨਾਥੇ, ਨਿਰਸੰਗੀ, ਪਰਮਾਥੇ, ਨਮੋ ਭਾਨ ਭਾਨੇ, ਨਮੋ ਮਾਨ ਮਾਨੇ। ਅਨੰਗੀ, ਅੰਗ ਅਨ ਅੰਗੀ। ਅਨੰਗੀ ਦੋ ਸ਼ਬਦਾਂ ਤੋਂ ਬਣਿਆ। ਅਨ ਅੰਗੀ, ਅੰਗ ਸਰੀਰ ਨੂੰ ਕਹਿੰਦੇ ਨੇ। ਸਰੀਰ ਜਿਹੜੇ ਅੰਗ ਨੇ ਉਹਨੂੰ ਅੰਗ ਕਹਿੰਦੇ। ਅਨੰਗੀ, ਤੂੰ ਅੰਗਾਂ ਤੋਂ ਰਹਿਤ ਹੈ। ਅਨੰਗੀ ਅਨ ਅੰਗੀ, ਤੇਰਾ ਕੋਈ ਅੰਗ ਨਹੀਂ ਹੈ, ਤੇਰਾ ਕੋਈ ਹੱਥ ਪੈਰ ਸਿਰ ਲੱਤ ਬਾਂਹ ਕੁਛ ਨਹੀਂ ਹੈ। ਤੂੰ ਅਨੰਗੀ ਹੈ, ਤੂੰ ਅੰਗਾਂ ਤੋਂ ਰਹਿਤ ਹੈ। ਅਨਾਥੇ, ਤੇਰਾ ਕੋਈ ਨਾਥ ਨਹੀਂ, ਤੇਰਾ ਕੋਈ ਮਾਲਕ ਨਹੀਂ। ਸਾਡਾ ਤਾਂ ਤੂੰ ਮਾਲਕ ਹੈ। ਪਰਮਾਤਮਾ ਸਾਡਾ ਮਾਲਕ ਹੈ, ਉਹ ਤਾਂ ਸਾਡਾ ਨਾਥ ਹੈ। ਪਰਮਾਤਮਾ ਅਨਾਥ ਹੈ, ਜਿਹਦਾ ਕੋਈ ਮਾਲਕ ਨਾ ਹੋਵੇ। ਜਿਵੇਂ ਉਹ ਬੱਚਾ ਜਿਹਦੇ ਮਾਤਾ ਪਿਤਾ ਸਵਰਗਵਾਸ ਹੋ ਗਏ ਹੋਣ, ਜਿਹਨੂੰ ਪਾਲਣ ਵਾਲਾ ਕੋਈ ਨਾ ਹੋਵੇ, ਉਹਨੂੰ ਕਹਿੰਦੇ ਅਨਾਥ, ਕਿਉਂਕਿ ਉਹਦਾ ਮਾਲਕ ਹੀ ਕੋਈ ਨਹੀਂ ਰਿਹਾ, ਉਹਦਾ ਕੋਈ ਖਸਮ ਹੀ ਨਹੀਂ ਰਿਹਾ। ਪਰਮਾਤਮਾ ਅਨਾਥ ਹੈ। ਹੇ ਨਾਥ ਤੋਂ ਰਹਿਤ, ਤੇਰਾ ਕੋਈ ਨਾਥ ਨਹੀਂ, ਤੇਰਾ ਕੋਈ ਮਾਲਕ ਨਹੀਂ, ਤੂੰ ਅਨਾਥ ਹੈ। ਅਨੰਗੀ, ਤੂੰ ਅਣ ਅੰਗੀ ਹੈ, ਤੇਰਾ ਕੋਈ ਅੰਗ ਨਹੀਂ ਹੈ। ਤੂੰ ਅਨਾਥ ਹੈ, ਤੇਰਾ ਕੋਈ ਨਾਥ ਮਾਲਕ ਨਹੀਂ ਹੈ। ਨਿਰਸੰਗੀ, ਤੇਰਾ ਕੋਈ ਸੰਗੀ ਨਹੀਂ ਹੈ, ਤੇਰਾ ਕੋਈ ਸਾਥੀ ਨਹੀਂ ਹੈ। ਆਪਣੇ ਤਾਂ ਜਿਵੇਂ ਜੀ ਕਲਾਸ ਫੈਲੋ, ਜਿਹੜੇ ਕਲਾਸ ਦੇ ਸਾਥੀ ਨੇ, ਆਪਣੇ ਤਾਂ ਸਾਥੀ ਹੁੰਦੇ, ਦੋਸਤ ਮਿੱਤਰ ਹੁੰਦੇ ਨੇ। ਪਰਮਾਤਮਾ ਨਿਰਸੰਗੀ ਹੈ, ਉਹਦਾ ਕੋਈ ਸੰਗੀ ਨਹੀਂ ਹੈ। ਪਰਮਾਤਮਾ ਦਾ ਨਾਸ਼ ਕਰਨ ਵਾਲਾ, ਹੇ ਪਰਮਾਤਮਾ ਤੂੰ ਸਭ ਦਾ ਨਾਸ਼ ਕਰਨ ਵਾਲਾ ਹੈ।
ਨਮੋ ਭਾਣ ਭਾਨੇ, ਭਾਣ ਸੂਰਜ ਨੂੰ ਕਹਿੰਦੇ ਨੇ, ਤੂੰ ਸੂਰਜਾਂ ਦਾ ਸੂਰਜ ਹੈ। ਨਮੋ ਭਾਣ ਭਾਨੇ, ਹੇ ਸੂਰਜਾਂ ਦੇ ਸੂਰਜ, ਤੈਨੂੰ ਨਮਸਕਾਰ ਹੈ। ਨਮੋ ਮਾਨ ਮਾਨੇ, ਮਾਨ ਹੁੰਦਾ ਪੂਜਣ ਯੋਗ, ਤੂੰ ਪੂਜਣ ਯੋਗ ਦਾ ਪੂਜਣ ਯੋਗ ਹੈ, ਭਾਵ ਮਹਾਨ ਪੂਜਣ ਯੋਗ, ਤੂੰ ਸਭ ਤੋਂ ਵੱਡਾ ਪੂਜਣ ਯੋਗ ਹੈ। ਨਮੋ ਮਾਨ ਮਾਨੇ, ਮਾਨ ਪੂਜਣ ਯੋਗ ਨੂੰ ਕਹਿੰਦੇ ਨੇ, ਜਿਹਦਾ ਆਦਰ ਮਾਣ ਸਤਿਕਾਰ ਹੋਵੇ। ਅਲਕੇ ਫਲਾਣੇ ਦਾ ਬੜਾ ਮਾਨ ਹੈ ਜੀ, ਆਦਰ ਮਾਨ ਹੈ, ਪੂਜਣ ਯੋਗ। ਨਮੋ ਮਾਨ ਮਾਨੇ, ਤੂੰ ਪੂਜਣ ਯੋਗ ਦਾ ਪੂਜਣ ਯੋਗ ਹੈ, ਭਾਵ ਤੂੰ ਸਭ ਤੋਂ ਵੱਡਾ ਪੂਜਣ ਯੋਗ ਹੈ, ਤੈਨੂੰ ਸਾਡੀ ਨਮਸਕਾਰ ਹੈ। ਜਿਵੇਂ ਭਾਣ ਭਾਨੇ, ਤੂੰ ਸੂਰਜਾਂ ਦਾ ਸੂਰਜ ਹੈ, ਸਾਨੂੰ ਰੋਸ਼ਨੀ ਸੂਰਜ ਤੋਂ ਮਿਲਦੀ ਹੈ, ਤੂੰ ਸੂਰਜ ਦਾ ਸੂਰਜ ਹੈ, ਤੂੰ ਸੂਰਜ ਨੂੰ ਰੋਸ਼ਨੀ ਦੇਣ ਵਾਲਾ ਹੈ, ਸੂਰਜ ਸਾਨੂੰ ਰੋਸ਼ਨੀ ਦਿੰਦਾ, ਪਰ ਤੂੰ ਸਭ ਤੋਂ ਵੱਡਾ ਸੂਰਜ ਹੈ, ਇਸ ਲਈ ਤੂੰ ਸਭ ਤੋਂ ਵੱਡਾ ਪੂਜਣ ਯੋਗ ਹੈ। ਇਹ 'ਚ ਅਸੀਂ ਅਨੰਗੀ, ਅਨ ਅੰਗੀ, ਅੰਗਾਂ ਤੋਂ ਰਹਿਤ, ਹੈ ਪਰਮਾਤਮਾ ਤੂੰ ਅੰਗਾਂ ਤੋਂ ਰਹਿਤ ਹੈ। ਅਨਾਥੇ, ਤੂੰ ਨਾਥ ਮਾਲਕ ਤੋਂ ਰਹਿਤ ਹੈ, ਤੇਰਾ ਕੋਈ ਮਾਲਕ ਨਹੀਂ ਹੈ। ਨਿਰਸੰਗੀ, ਤੇਰਾ ਕੋਈ ਸੰਗੀ ਸਾਥੀ ਨਹੀਂ ਹੈ। ਪਰਮਾਥੇ, ਤੂੰ ਸਾਰਿਆਂ ਨੂੰ ਨਾਸ਼ ਕਰਨ ਵਾਲਾ ਹੈ, ਮਾਰਨ ਵਾਲਾ ਹੈ, ਸਭ ਦਾ ਨਾਸ਼ ਕਰਨ ਵਾਲਾ ਹੈ। ਨਮੋ ਭਾਣ ਭਾਨੇ, ਤੂੰ ਸੂਰਜਾਂ ਦਾ ਸੂਰਜ ਹੈ, ਤੈਨੂੰ ਨਮਸਕਾਰ ਹੈ। ਨਮੋ ਮਾਨ ਮਾਨੇ, ਤੂੰ ਪੂਜਣ ਯੋਗਾਂ ਦਾ ਪੂਜਣ ਯੋਗ ਹੈ, ਭਾਵ ਤੂੰ ਸਭ ਤੋਂ ਵੱਡਾ ਪੂਜਣ ਯੋਗ ਹੈ, ਤੈਨੂੰ ਨਮਸਕਾਰ ਹੈ। ਅੱਗੇ ਕਹਿੰਦੇ ਨਮੋ ਚੰਦਰ ਚੰਦਰੇ, ਨਮੋ ਭਾਣ ਭਾਨੇ, ਨਮੋ ਗੀਤ ਗੀਤੇ, ਨਮੋ ਤਾਨ ਤਾਨੇ। ਚੰਦਰ ਚੰਦਰਮਾ ਨੂੰ ਕਹਿੰਦੇ, ਹੇ ਚੰਦਰਮਾ ਦੇ ਚੰਦਰਮਾ, ਜਿਵੇਂ ਕਿਸੇ ਹੇ ਸੂਰਜਾਂ ਦੇ ਸੂਰਜ, ਹੇ ਚੰਦਰਮਾ ਦੇ ਚੰਦਰਮਾ, ਤੈਨੂੰ ਨਮਸਕਾਰ ਹੈ। ਨਮੋ ਭਾਣ ਭਾਨੇ, ਭਾਣ ਪਹਿਲਾਂ ਵੀ ਆ ਗਿਆ, ਸੂਰਜ ਨੂੰ ਕਹਿੰਦੇ ਨੇ। ਹੇ ਸੂਰਜਾਂ ਦੇ ਸੂਰਜ, ਤੈਨੂੰ ਨਮਸਕਾਰ ਹੈ। ਨਮੋ ਗੀਤ ਗੀਤੇ, ਹੇ ਗੀਤਾਂ ਦੇ ਗੀਤ, ਤੈਨੂੰ ਨਮਸਕਾਰ ਹੈ, ਤੂੰ ਸਭ ਤੋਂ ਵੱਡਾ ਗੀਤ ਹੈ। ਗੀਤ ਗੀਤੇ, ਤੂੰ ਗੀਤਾਂ ਦਾ ਗੀਤ ਹੈ। ਨਮੋ ਤਾਣ ਤਾਨੇ, ਤਾਣ ਸੁਰ ਨੂੰ ਕਹਿੰਦੇ ਨੇ, ਆਪਾਂ ਸਾਜ਼ ਵਜਾਇਆ, ਉਹ 'ਚ ਸੁਰ ਨਿਕਲੀ ਹੈ, ਤੂੰ ਸੁਰਾਂ ਦਾ ਸੁਰ ਹੈ, ਤੂੰ ਤਾਨਾਂ ਦਾ ਤਾਨ ਹੈ, ਤੂੰ ਸਭ ਤੋਂ ਵੱਡਾ ਤਾਨ ਹੈ, ਤੂੰ ਸਭ ਤੋਂ ਵੱਡੀ ਸੁਰ ਹੈ। ਨਮੋ ਨ੍ਰਿਤ ਨ੍ਰਿਤੇ, ਨ੍ਰਿਤ ਹਿੰਦੀ ਦਾ ਸ਼ਬਦ ਹੈ, ਡਾਂਸ, ਨਾਚ ਜਿਹਨੂੰ ਆਪਾਂ ਕਹਿੰਦੇ। ਨ੍ਰਿਤਕਾਰ ਹੁੰਦਾ ਡਾਂਸਰ, ਨਾਚ ਕਰਨ ਵਾਲਾ। ਜਿਵੇਂ ਚਿੱਤਰਕਾਰ, ਚਿੱਤਰ ਬਣਾਉਣ ਵਾਲਾ, ਤਸਵੀਰ ਬਣਾਉਣ ਵਾਲਾ। ਨ੍ਰਿਤਕਾਰ, ਨੱਚਣ ਵਾਲਾ। ਨ੍ਰਿਤ ਨਾਚ ਨੂੰ ਕਹਿੰਦੇ, ਡਾਂਸ ਨੂੰ। ਨਮੋ ਨ੍ਰਿਤ ਨ੍ਰਿਤੇ, ਤੂੰ ਨਾਚਾਂ ਦਾ ਨਾਚ ਹੈ। ਜਿਹੜੇ ਜਿੰਨੇ ਨਾਚ ਨੇ, ਤੂੰ ਸਭ ਦਾ ਨਾਚ ਹੈ, ਸਭ ਤੋਂ ਵੱਡਾ ਹੈ। ਨਮੋ ਨਾਦ ਨਾਦੇ, ਨਾਦ ਧੁਨ ਹੁੰਦੀ ਹੈ, ਸੰਗੀਤ ਨੂੰ ਨਾਦ ਕਹਿੰਦੇ ਨੇ। ਇੱਕ ਹੁੰਦਾ ਅਨਹਦ ਨਾਦ, ਉਹ ਸੰਗੀਤ ਜਿਹੜਾ ਆਪਣੇ ਆਪ ਵੱਜੇ। ਆਪਾਂ ਸੰਗੀਤ ਵਜਾਉਂਦੇ ਹਾਂ, ਆਪਾਂ ਸਾਜ਼ ਵਜਾਉਂਦੇ ਹਾਂ, ਸਾਡੇ ਅੰਦਰ ਵੀ ਇੱਕ ਸੰਗੀਤ ਹੋ ਰਿਹਾ ਹੈ ਜਿਹਨੂੰ ਕਹਿੰਦੇ ਅਨਹਦ ਨਾਦ। ਉਹ ਸੰਗੀਤ ਆਪਣੇ ਆਪ ਵੱਜ ਰਹੇ ਹਨ, ਉਹਨਾਂ ਨੂੰ ਕੋਈ ਵਜਾਉਣ ਵਾਲਾ ਨਹੀਂ। ਉਹਨੂੰ ਕਹਿੰਦੇ ਰੱਬੀ ਸੰਗੀਤ। ਅੰਦਰੋਂ ਸਾਨੂੰ ਜਦੋਂ ਕਦੇ ਸਾਡਾ ਮਨ ਇਕਾਗਰ ਹੋ ਗਿਆ ਤਾਂ ਅੰਦਰੋਂ ਸਾਨੂੰ ਵਾਹਿਗੁਰੂ 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 ਆਪੇ ਸੁਣਨਾ ਸ਼ੁਰੂ ਹੋ ਜਾਏਗਾ। ਫਿਰ ਸਾਨੂੰ ਵਾਹਿਗੁਰੂ ਕਰਨ ਦੀ ਲੋੜ ਨਹੀਂ, ਅਸੀਂ ਸੁਣੀ ਜਾਵਾਂਗੇ। ਇਸ ਤਰ੍ਹਾਂ ਉੱਥੇ ਅੰਦਰ ਬਹੁਤ ਸੰਗੀਤ ਨੇ, ਕਈ ਪ੍ਰਕਾਰ ਦੇ ਸਾਜ਼ ਆਪਣੇ ਆਪ ਵੱਜ ਰਹੇ ਹਨ। ਫਿਰ ਤੁਸੀਂ ਉਹ ਕੀਰਤਨ ਸੁਣਦੇ ਹੋ। ਸਾਡੇ ਅੰਦਰ ਕੀਰਤਨ ਵੀ ਹੋ ਰਿਹਾ ਹੈ, ਸਾਡੇ ਅੰਦਰ ਵਾਹਿਗੁਰੂ ਵਾਹਿਗੁਰੂ ਵੀ ਹੋ ਰਿਹਾ ਹੈ।
ਉਹਨੂੰ ਕਹਿੰਦੇ ਅਨਹਦ ਨਾਦ। ਨਾਦ ਹੁੰਦਾ ਜਿਹੜਾ ਆਪਣਾ ਹੱਥਾਂ ਨਾਲ ਵਜਾਉਣੇ ਆ, ਮੂੰਹ ਨਾਲ ਵਜਾਉਣੇ ਆ। ਜੇ ਬੰਸਰੀ ਮੂੰਹ ਨਾਲ ਵਜਾਈ ਜਾਂਦੀ ਹੈ, ਕੁਝ ਹੱਥਾਂ ਨਾਲ ਸਾਜ਼ ਵਜਾਏ ਜਾਂਦੇ ਹਨ। ਹੇ ਪ੍ਰਮਾਤਮਾ, ਨਮੋ ਨ੍ਰਿਤ ਨ੍ਰਿਤੇ, ਤੂੰ ਨਾਚਾਂ ਦਾ ਨਾਚ ਹੈ। ਨਮੋ ਨਾਦ ਨਾਦੇ, ਤੂੰ ਸੰਗੀਤ ਦਾ ਸੰਗੀਤ ਹੈ। ਤੂੰ ਨਾਦ ਦਾ ਨਾਦ ਹੈ। ਨਮੋ ਪਾਣ ਪਾਨੇ, ਪਾਣ ਹੱਥ ਨੂੰ ਕਹਿੰਦੇ ਨੇ। ਤੂੰ ਹੱਥਾਂ ਦਾ ਹੱਥ ਹੈ। ਤੂੰ ਹੱਥਾਂ ਦਾ ਵੀ ਹੱਥ ਹੈ। ਸਾਡੇ ਹੱਥ ਨੇ, ਉਹ ਸਾਡੇ ਹੱਥਾਂ ਦਾ ਉਹ ਹੱਥ ਹੈ। ਭਾਵ ਜਿਹਦੇ ਅੰਡਰ ਸਾਰੇ ਹੱਥ ਹੋਣ, ਉਹ ਹੈ ਨਮੋ ਪਾਨ ਪਾਨ। ਤੂੰ ਹੱਥਾਂ ਦਾ ਹੱਥ ਹੈ, ਤੈਨੂੰ ਨਮਸਕਾਰ ਹੈ। ਨਮੋ ਬਾਦ ਬਾਦੇ, ਬਾਦ ਝਗੜੇ ਹੁੰਦੇ ਨੇ। ਤੂੰ ਝਗੜਿਆਂ ਦਾ ਝਗੜਾ ਹੈ। ਝਗੜਿਆਂ 'ਚ ਵੀ ਸਭ ਤੋਂ ਵੱਡਾ ਹੈ ਤੂੰ ਝਗੜਿਆਂ ਦਾ ਝਗੜਾ। ਤੂੰ ਹੱਥਾਂ ਦਾ ਹੱਥ ਹੈ। ਤੂੰ ਨਾਦ ਦਾ ਨਾਦ ਹੈ। ਤੂੰ ਨ੍ਰਿਤ ਦਾ ਨ੍ਰਿਤ ਹੈ। ਤੂੰ ਨਾਚਾਂ ਦਾ ਨਾਚ ਹੈ। ਤੂੰ ਸਾਜ਼ਾਂ ਦਾ ਸਾਜ਼ ਹੈ। ਤੂੰ ਹੱਥਾਂ ਦਾ ਹੱਥ ਹੈ। ਤੂੰ ਝਗੜਿਆਂ ਦਾ ਝਗੜਾ ਹੈ। ਨ੍ਰਿਤ ਨਾਚ ਨੂੰ ਕਹਿੰਦੇ ਨੇ, ਨਾਦ ਸੰਗੀਤ ਨੂੰ ਕਹਿੰਦੇ ਨੇ, ਪਾਨ ਹੱਥ ਨੂੰ ਕਹਿੰਦੇ ਨੇ, ਬਾਦ ਵਾਦ ਵਿਵਾਦ ਲੜਾਈ ਝਗੜਾ ਉਹਨੂੰ ਬਾਦ ਕਹਿੰਦੇ ਨੇ। ਅਨੰਗੀ ਅਨਾਮੇ ਸਮਸਤੇ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੇ ਵਿਭੂਤੇ। ਅਨੰਗੀ ਪਹਿਲਾਂ ਵੀ ਆ ਗਿਆ ਸੀ। ਇਹ ਨਹੀਂ ਕਿ ਜਿਹੜੀ ਨੰਗੀ ਨਹੀਂ ਹੈ, ਐ ਨਹੀਂ ਸਮਝ ਲੈਣਾ ਵੀ ਅਨੰਗੀ, ਜਿਹੜੀ ਨੰਗੀ ਨਹੀਂ ਹੈ। ਆਨ ਅੰਗੀ, ਅਨੰਗੀ ਦੋ ਸ਼ਬਦਾਂ ਤੋਂ ਬਣਿਆ। ਆਨ ਅੰਗੀ, ਤੇਰਾ ਕੋਈ ਅੰਗ ਨਹੀਂ ਹੈ, ਤੂੰ ਅੰਗਾਂ ਤੋਂ ਰਹਿਤ ਹੈ। ਅਨਾਮੇ, ਤੇਰਾ ਕੋਈ ਨਾਮ ਨਹੀਂ ਹੈ, ਤੇਰਾ ਕੋਈ ਨਾਮ ਨਹੀਂ ਹੈ, ਤੂੰ ਅਨਾਮ ਹੈ। ਨਾਮ ਰਹਿਤ ਹੈ, ਅੰਗਾਂ ਤੋਂ ਰਹਿਤ ਹੈ। ਸਮਸਤੀ ਸਰੂਪੇ, ਤੂੰ ਸਾਰੇ ਸਰੂਪਾਂ ਵਾਲਾ ਹੈ। ਤੂੰ ਸਭ ਦਾ ਸਰੂਪ ਹੈ। ਤੂੰ ਸਾਰੇ ਸਰੂਪਾਂ ਵਾਲਾ। ਸਮਸਤੀ ਸਾਰੇ, ਜਿਵੇਂ ਬੋਲੇ ਸਮਸਤੀ ਨਿਧਾਨੇ, ਸਾਰੇ ਖਜ਼ਾਨੇ ਤੇਰੇ ਕੋਲ ਨੇ, ਤੂੰ ਸਾਰੇ ਖਜ਼ਾਨੇ ਦਾ ਮਾਲਕ ਹੈ। ਇਸ ਤਰ੍ਹਾਂ ਸਮਸਤੀ ਸਰੂਪੇ, ਤੂੰ ਸਾਰੇ ਸਰੂਪਾਂ ਵਾਲਾ ਹੈ। ਪ੍ਰਭੰਗੀ, ਪ੍ਰਭੰਗੀ ਹੁੰਦਾ, ਭੰਗ ਹੁੰਦਾ ਭੰਨਣਾ, ਤੋੜਨਾ। ਪ੍ਰਭੰਗੀ, ਤੂੰ ਭੰਨਣ ਵਾਲਾ ਹੈ। ਪਰਮਾਥੇ, ਤੂੰ ਨਾਸ਼ ਕਰਨ ਵਾਲਾ ਹੈ। ਪ੍ਰਭੰਗੀ, ਤੂੰ ਚੰਗੀ ਤਰ੍ਹਾਂ ਭੰਨਣ ਵਾਲਾ ਹੈ। ਪਰਮਾਥੇ, ਤੂੰ ਚੰਗੀ ਤਰ੍ਹਾਂ ਨਾਸ਼ ਕਰਨ ਵਾਲਾ ਹੈ। ਸਮਸਤੇ ਵਿਭੂਤੇ, ਤੂੰ ਸਾਰੀਆਂ ਰਿੱਧੀਆਂ ਸਿੱਧੀਆਂ ਦਾ ਮਾਲਕ ਹੈ। ਵਿਭੂਤੇ ਸਿੱਧੀਆਂ ਨੂੰ ਕਹਿੰਦੇ, ਤੂੰ ਸਾਰੀਆਂ ਸਿੱਧੀਆਂ ਰਿੱਧੀਆਂ ਦਾ ਮਾਲਕ ਹੈ। ਫਿਰ ਦੇਖੋ ਅਨੰਗੀ, ਤੂੰ ਅੰਗਾਂ ਤੋਂ ਰਹਿਤ ਹੈ। ਅਨਾਮੇ, ਤੂੰ ਨਾਮ ਤੋਂ ਰਹਿਤ ਹੈ। ਸਮਸਤੀ ਸਰੂਪੇ, ਤੂੰ ਸਾਰੇ ਸਰੂਪਾਂ ਵਾਲਾ ਹੈ। ਪ੍ਰਭੰਗੀ, ਤੂੰ ਭੰਨਣ ਵਾਲਾ ਹੈ। ਪਰਮਾਥੇ, ਤੂੰ ਨਾਸ਼ ਕਰਨ ਵਾਲਾ ਹੈ। ਤੂੰ ਭੰਨਣ ਤੋੜਨ ਵਾਲਾ ਹੈ। ਤੂੰ ਚੰਗੀ ਤਰ੍ਹਾਂ ਭੰਨਣ ਵਾਲਾ ਹੈ। ਪਰਮਾਥੇ, ਤੂੰ ਚੰਗੀ ਤਰ੍ਹਾਂ ਨਾਸ਼ ਕਰਨ ਵਾਲਾ ਹੈ। ਸਮਸਤੀ ਵਿਭੂਤੇ, ਤੂੰ ਸਾਰੀਆਂ ਰਿੱਧੀਆਂ ਸਿੱਧੀਆਂ ਦਾ ਮਾਲਕ ਹੈ। ਕਲੰਕੰ ਬਿਨਾਨੇ, ਕਲੰਕੀ ਸਰੂਪੇ। ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ। ਕਲੰਕੰ ਬਿਨਾਨੇ, ਤੂੰ ਕਲੰਕ ਤੋਂ ਬਿਨਾਂ ਹੈ। ਤੇਰੇ ਕੋਈ ਕਲੰਕ ਨਹੀਂ ਲਾ ਸਕਦਾ। ਦੋਸ਼ ਲਾਉਣਾ, ਫਲਾਣੇ ਕੋਈ ਮਾੜਾ ਕੰਮ ਕਰਕੇ ਤਾਂ ਖਾਨਦਾਨ ਨੂੰ ਸਾਰਿਆਂ ਨੂੰ ਕਲੰਕ ਲਾਤਾ। ਤੂੰ ਕਲੰਕ ਤੋਂ ਬਿਨਾਂ ਹੈ। ਕਲੰਕੀ ਸਰੂਪੇ, ਪਰ ਤੂੰ ਕਲੰਕ ਵਾਲਾ ਵੀ ਹੈ। ਉਹ ਕਿਉਂ ਹੈ? ਇੱਕ ਪਾਸੇ ਕਹਿੰਦੇ ਤੂੰ ਕਲੰਕ ਤੋਂ ਬਿਨਾਂ ਹੈ, ਫਿਰ ਕਹਿੰਦੇ ਤੂੰ ਕਲੰਕੀ ਹੈ। ਉਹ ਸਾਡੇ ਵਿੱਚ ਬੈਠਾ ਹੈ ਅਤੇ ਅਸੀਂ ਕਲੰਕੀ ਹਾਂ, ਇਸ ਲਈ ਉਹ ਵੀ ਕਲੰਕੀ ਹੈ।
ਇਸ ਕਰਕੇ ਜੇ ਕਿ ਪਰਮਾਤਮਾ ਬਹਾਦਰ ਵੀ ਹੈ, ਪਰਮਾਤਮਾ ਡਰਪੋਕ ਵੀ ਹੈ। ਇਹ ਕੀ ਗੱਲ ਬਈ? ਬਹਾਦਰਾਂ 'ਚ ਬੈਠਾ ਬਹਾਦਰ ਹੈ, ਡਰਪੋਕਾਂ 'ਚ ਬੈਠਾ ਡਰਪੋਕ ਹੈ। ਕੋਈ ਸਾਰਾ 'ਚ ਉਹੀ ਬੈਠਾ, ਉਹੀ ਕਿਸੇ ਨੂੰ ਬਹਾਦਰ ਬਣਾਉਂਦਾ, ਕਿਸੇ ਨੂੰ ਡਰਪੋਕ ਬਣਾਉਂਦਾ। ਆਪਣੇ ਆਪ ਨਾ ਕੋਈ ਬਹਾਦਰ ਹੈ, ਨਾ ਕੋਈ ਡਰਪੋਕ ਹੈ। ਕਿਸੇ ਨੂੰ ਮਿਹਨਤੀ ਬਣਾਤਾ, ਕਿਸੇ ਨੂੰ ਉਹੀ ਨਲਾਇਕ ਬਣਾਤਾ, ਵਾਰਾਗਰਦ ਬਣਾਤਾ ਹੈ। ਮਾਂ ਪਿਓ ਬੜਾ ਕਹਿੰਦੇ ਉਹ ਤੇਰਾ ਭਰਾ ਚੰਗਾ, ਭਲਾ ਤੂੰ ਨਹੀਂ ਕਰਦਾ। ਬਸ ਜਿੱਤ ਜਿੱਤ ਲਾਵੋ ਤਿੱਤ ਤਿੱਤ ਲੱਗਣਾ। ਇਸ ਲਈ ਕਿਉਂਕਿ ਸਾਰਿਆਂ ਦੇ ਵਿੱਚ ਬੈਠਾ ਹੋਇਆ ਹੈ, ਇਸ ਕਰਕੇ ਉਹ ਕਲੰਕ ਤੋਂ ਬਿਨਾਂ ਵੀ ਹੈ ਅਤੇ ਉਹ ਕਲੰਕ ਸਰੂਪ ਵੀ ਹੈ। ਨਮੋ ਰਾਜ ਰਾਜੇਸ਼ਵਰੰ, ਉਹ ਰਾਜਿਆਂ ਦਾ ਰਾਜਾ ਹੈ। ਹੇ ਰਾਜਿਆਂ ਦੇ ਰਾਜੇ, ਤੈਨੂੰ ਨਮਸਕਾਰ ਹੈ। ਪਰਮ ਰੂਪੇ, ਤੂੰ ਮਹਾਨ ਰੂਪ ਵਾਲਾ ਹੈ, ਭਾਵ ਤੂੰ ਬਹੁਤ ਸੁੰਦਰ ਹੈ। ਪਰਮ ਤੋਂ ਉੱਪਰ ਕੋਈ ਡਿਗਰੀ ਨਹੀਂ ਹੈ। ਜੇ ਆਪਾਂ ਗੁੱਡ ਹੈ, ਬੈਟਰ, ਬੈਸਟ ਹੁੰਦਾ, ਪਰਮ ਤੋਂ ਉੱਪਰ ਕੋਈ ਡਿਗਰੀ ਨਹੀਂ ਹੈ। ਸਭ ਤੋਂ ਵੱਡੇ ਨੂੰ ਪਰਮ ਕਹਿੰਦੇ। ਪਰਮ ਰੂਪੇ, ਤੂੰ ਮਹਾਨ ਰੂਪ ਵਾਲਾ ਹੈ, ਤੂੰ ਬਹੁਤ ਸੁੰਦਰ ਹੈ। ਤੇਰੇ ਤੋਂ ਵੱਧ ਸੁੰਦਰ ਕੋਈ ਹੈ ਹੀ ਨਹੀਂ ਹੈ। ਤੂੰ ਅਤੀ ਸੁੰਦਰ ਹੈ। ਤੂੰ ਰਾਜਿਆਂ ਦਾ ਰਾਜਾ ਹੈ, ਰਾਜ ਰਾਜੇਸ਼ਵਰ। ਤੂੰ ਰਾਜਿਆਂ ਦਾ ਰਾਜਾ ਹੈ, ਤੈਨੂੰ ਨਮਸਕਾਰ ਹੈ। ਕਲੰਕੀ ਸਰੂਪੇ, ਤੂੰ ਕਲੰਕ ਰੂਪ ਹੈ। ਕਲੰਕ ਬਿਨਾਨੇ, ਤੂੰ ਬਿਨਾ ਕਲੰਕ ਤੋਂ ਹੈ। ਕਲੰਕ ਬਿਨਾਨੇ, हे परमात्मा तू कलंक तो बिना है। कलंकी स्वरूपे, पर तू कलंक वाला भी है। नमो राज राजेश्वरं, हे राजा दे राजे, तेरू नमस्कार है। परम रूपे, तू सब दा रूप है, सब तो बड़ा सुंदर है, तू अति सुंदर है। इत्थों तक अपने 50 छंद हो गए ने। समा हो गया। वाहिगुरू जी का खालसा, वाहिगुरू जी की फतेह।